ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾਡੈ ਖੇਤ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਹਿਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨ ਕੀਜੈ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਹਤ ਖੁਸ਼ਾਮਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹੰਦੈ ਜਿਸ ਪਾਸ ਬੈਠਿਆ ਸੋਹੀਐ ਸਭਨਾ
ਸਤਨਾਮ ਵਾਹਿਗੁਰੂ ਜੀ। ਸ਼ਲੋਕ ਸ਼ੇਖ ਫਰੀਦ ਕੇ। ਏਕ ਓੰਕਾਰ ਸਤਿਗੁਰ ਪ੍ਰਸਾਦਿ। ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਇ ਜਾਏ। ਗਹਿਲਾ ਰੂਹ ਨ ਜਾਣਈ, ਸਿਰ ਪੀ ਮਿੱਟੀ ਖਾਏ। ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਇ ਜਾਏ। ਗਹਿਲਾ ਰੂਹ ਨ ਜਾਣਈ, ਸਿਰ ਪੀ ਮਿੱਟੀ ਖਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਗੱਦੀ ਤੇ ਸੁਭਾਏ ਮਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਗੁਰੂ ਕੀ ਸਾਧ ਸੰਗਤ ਜੀ ਸਜ ਬੈਠੇ ਹੋ। ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਵਰਤ ਰਹੀ ਹੈ। ਗੁਰਮੁਖ ਪਿਆਰੀ ਸਾਧ ਸੰਗਤ ਜੀ, ਅੱਜ ਦਾ ਦਿਨ ਬਹੁਤ ਵੱਡੀ ਲਾਸਾਨੀ ਸ਼ਹਾਦਤ ਦਾ ਦਿਨ ਹੈ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੈ। ਆਖੋ ਸਤਿਨਾਮ। ਔਰ ਜੋ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘਾਂ ਨੇ ਕਰਕੇ ਦਿਖਾਇਆ, ਉਹ ਦੁਨੀਆ ਦੀ ਮਿਸਾਲ ਪੈਦਾ ਹੋ ਹੀ ਨਹੀਂ ਸਕਦੀ। ਕਿਹੜੇ ਕਿਹੜੇ ਯੁੱਧ ਹੋਏ, ਮਹਾਂਭਾਰਤ ਦਾ, ਕੈਰਵਾਂ ਪਾਂਡਵਾਂ ਦਾ, ਪਰ ਇਸ ਤਰ੍ਹਾਂ ਦਾ ਯੁੱਧ ਨਾ ਕਦੇ ਹੋਇਆ ਤੇ ਨਾ ਹੋਣਾ ਹੈ। 40 ਨੇ 10 ਲੱਖ ਫੌਜ ਦਾ ਮੁਕਾਬਲਾ ਕਰਕੇ ਸ਼ਹਾਦਤ ਪ੍ਰਾਪਤ ਕੀਤੀ। ਸੋ ਆਓ ਸਾਧ ਸੰਗਤ ਜੀ, ਉਹਨਾਂ ਦੀ ਸ਼ਹਾਦਤ ਨੂੰ ਸ਼ਾਮਾਂ ਦੇ ਦੀਵਾਨ ਦੇ ਵਿੱਚ ਦਰਸ਼ਨ ਕਰਾਂਗੇ। ਹੁਣ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਔਰ ਨਾਲ ਥੋੜ੍ਹੇ ਜਿਹੇ ਦਰਸ਼ਨ ਸਾਹਿਬਜ਼ਾਦਿਆਂ ਦੇ। ਗੁਰੂ ਮਹਾਰਾਜ ਜੀ ਦੇ ਪਿਆਰ ਮੁਹੱਬਤ ਨੂੰ ਕੋਈ ਵੀ ਦਾਨ ਨਹੀਂ ਦੇ ਸਕਦਾ। ਕਲਗੀ ਵਾਲਿਆ ਤੇਰੀਆਂ ਕਰਨੀਆਂ ਨੇ ਸਾਡਾ ਸੰਗਲ ਗੁਲਾਮੀ ਦਾ ਤੋੜ ਦਿੱਤਾ। ਐਸੀ ਮੁਰਦਿਆਂ ਦਿਲਾਂ ਵਿੱਚ ਜਾਨ ਪਾਈ, ਫੜ ਕੇ ਚਿੜੀ ਨੇ ਬਾਜ ਮਰੋੜ ਦਿੱਤਾ। ਇੱਕ ਹੱਥ ਮਾਲਾ ਤੇ ਦੂਜੇ ਖੰਡਾ ਦੇ ਕੇ ਭਗਤੀ ਸ਼ਕਤੀ ਨੂੰ ਇਕੱਠਿਆਂ ਜੋੜ ਦਿੱਤਾ। ਧੰਨ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹੱਥੀਂ ਆਪਣੇ ਸਪੁੱਤਰਾਂ ਨੂੰ ਜੰਗ ਦੇ ਵਿੱਚ ਵਿਦਾ ਕੀਤਾ। ਦਸਤਾਰਾਂ ਸਜਾਈਆਂ, ਕਲਗੀਆਂ ਲਾਈਆਂ, ਤੇਗਾਂ ਪਵਾਈਆਂ, ਮਸਤਕ ਚੁੰਮਿਆ ਤੇ ਬੋਲ ਬੋਲੇ, ਕਹਿੰਦੇ ਜਾਓ ਪਧਾਰੋ ਤੁਮੇ ਅੱਲਾ ਕੋ ਸੌਂਪਾ, ਮਰ ਜੋ ਜਾਂ ਮਾਰੋ ਤੁਮੇ ਅੱਲਾ ਕੋ ਸੌਂਪਾ, ਸਿੱਖੀ ਕੋ ਉਭਾरो तुम्हें अल्लाह को सौंपा, गुरु ना विसारो तुम्हें अल्लाह को सौंपा। किन्ने सोहने बोल है अल्लाह यार जोगी दे।
ਕਿਤਨਾ ਕੁ ਅਸ਼ਕ ਹੋਵੇਗਾ ਉਸ ਰੂਹ ਦੇ ਅੰਦਰ ਜਿਨ੍ਹੇ ਸਾਈਂ ਨੂੰ ਪਿਆਰ ਕੀਤਾ। ਆਓ ਸੰਗਤ ਜੀ, ਉਹਨਾਂ ਸ਼ਹੀਦਾਂ ਵਾਸਤੇ ਕੁਝ ਸਮਾਂ ਵਾਸਤੇ ਜੁੜੀਏ ਸਾਰੀ ਸੰਗਤ ਪਿਆਰ ਨਾਲ, ਕਿਉਂਕਿ ਆਪਣੇ ਬੱਚੇ ਵਿਦੇਸ਼ਾਂ ਦੇ ਵਿੱਚ ਹੈ, ਕਮਾਈਆਂ ਕਰ ਰਹੇ ਹੈ, ਮਹਿਲ ਬਣਾ ਰਹੇ ਹੈ, ਪਰ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੇ ਇੱਦਾਂ ਦਾ ਸਿੱਖੀ ਦਾ ਮਹਿਲ ਬਣਾਇਆ ਜਿਹੜਾ ਕਦੇ ਢਵੇਗਾ ਹੀ ਨਹੀਂ, ਕਦੇ ਡਿੱਗ ਨਹੀਂ ਸਕਦਾ। ਉਸ ਕੌਮ ਦੇ ਬੁਰਜ ਅਟਲ ਰਹੇ ਨੇ, ਮਾਲਕ ਜਿਨ੍ਹਾਂ ਅਟਾਰੀਆਂ ਵੱਡੀਆਂ ਦੀ। ਫੁੱਲਾਂ ਜਏ ਮਲੂਕੜੇ ਲਾਲ ਜਿਸ ਦੇ, ਤੇ ਪਾਉਂਦੇ ਨੀਹਾਂ ਵਿੱਚ ਰੋੜੀ ਹੱਡੀਆਂ ਦੀ। ਸਦੀਆਂ ਤੀਕ ਉਹ ਝੰਡੇ ਝੂਲਦੇ ਨੇ, ਉਹ ਪਰਚਮ ਆਕਾਸ਼ ਵਿੱਚ ਥੜਕਦੇ ਨੇ। ਜਿਸ ਵਿੱਚ ਨਾੜ ਸ਼ਹੀਦਾਂ ਦੀ ਚੱਲਦੀ ਹੈ, ਤੇ ਜਿਸ ਵਿੱਚ ਦਿਲ ਸ਼ਹੀਦਾਂ ਦੇ ਧੜਕਦੇ ਨੇ। ਸਾਧ ਸੰਗਤ ਜੀ, ਲੂੰ ਕੰਡੇ ਖੜੇ ਕਰ ਦਿੰਦਾ ਇਤਿਹਾਸ। ਉਹ ਬੁਰਜ ਖੜੇ ਕਰਕੇ ਗਏ ਜਿਨ੍ਹਾਂ ਬੁਰਜਾਂ ਦੇ ਵਿੱਚ ਆਪਣੀ ਹੱਡੀ ਦਾ ਬੱਜਰ ਤੇ ਆਪਣੇ ਲਹੂ ਦਾ ਗਾਰਾ ਪਾਇਆ। ਨੇਤਰ ਭਰ ਜਾਂਦਾ ਸੰਗਤੇ, ਤੇਰੇ ਜਿਹਾ ਹੋਰ ਨਹੀਂ ਹੋਣਾ ਕੋਈ ਵੀ ਬਾਪ ਦੁਨੀਆ ਤੇ, ਜੋ ਵੱਲੇ ਜੰਗ ਦੇ ਤੋਰੇ ਪੁੱਤਾਂ ਨੂੰ ਆਪ ਦੁਨੀਆ ਤੇ। ਤੇਰੇ ਜਿਹਾ ਹੋਰ ਨਹੀਂ ਹੋਣਾ ਕੋਈ ਵੀ ਬਾਪ ਦੁਨੀਆ ਤੇ। ਮਹਾਰਾਜ ਸਾਹਿਬ, ਦੁਨੀਆ ਕਿੰਨੀ ਗਲਤ ਫਹਿਮੀ ਹੈ। ਕਈ ਕਹਿੰਦੇ ਲੈ ਜੀ ਜਿਹਦਾ ਪੁੱਤ ਨਹੀਂ ਹੈਗਾ ਉਹਦਾ ਦੁਨੀਆ ਤੇ ਨਾਂ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰੇ ਸ਼ਹੀਦ ਕਰਾਤੇ, ਤੇ ਸਿੱਖ ਕਹਿੰਦੇ ਮਹਾਰਾਜ ਤੁਸੀਂ ਆਪਣਾ ਨਾਂ ਨਹੀਂ ਰੱਖਣਾ ਦੁਨੀਆ ਤੇ। ਮਹਾਰਾਜ ਕਹਿੰਦੇ ਦੁਨੀਆ ਤੇ ਕਿਹਦਾ ਨਾਂ ਹੋਏ, ਦੁਨੀਆ ਤੇ ਇੱਕੋ ਹੀ ਨਾਂ ਏ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ, ਜਪਿਓ ਗੁਰਮੰਤਰ। ਕਹਿੰਦੇ ਵਿਰਲਿਆਂ ਨੇ ਗੁਰੂ ਮੰਤਰ ਜਪਿਆ। ਵਾਹਿਗੁਰੂ ਗੁਰਮੰਤਰ ਹੈ ਜਪ ਕੋਈ। ਆਓ ਜਪੀਏ ਪਿਆਰਿਓ, ਸ਼ਰਧਾ ਦੇ ਫੁੱਲ ਸ਼ਹੀਦਾਂ ਨੂੰ ਕਰੋ ਭੇਟ। क्या चमक है चमकौर तेरे जरों में, यहीं से सितारे गए आसमां के लिए। धन बाबा अजीत सिंह, बाबा जुझार सिंह दी अज दोपहर वेले शहादत होनी है। लड़दियां लड़दियां शामां पै जाणियां ते शामां दा सूरज डुब्बन तो पहलां पहलां एक गल होर चेते रखियो, जदों चंद्रमा शुभदा है ना ਤੇ ਸੂਰਜ ਉਦੇ ਹੁੰਦਾ ਏ। ਇੱਕ ਪਾਸਿਓਂ ਚੰਦਰਮਾ ਥੱਲੇ ਜਾ ਰਿਹਾ ਹੁੰਦਾ ਏ ਤੇ ਸੂਰਜ ਤਾਂ ਆ ਰਿਹਾ ਹੁੰਦਾ ਏ। ਇੱਧਰ ਅੱਜ ਸ਼ਾਮਾਂ ਦਾ ਸੂਰਜ ਥੱਲੇ ਜਾਣਾ ਏ ਤੇ ਉਸ ਸੂਰਜ ਤੋਂ ਦੋ ਚੰਦਰਮਾ ਚਮਕਣੇ ਆ ਜਿਨ੍ਹਾਂ ਦੀ ਚਾਨਣੀ ਨੇ ਪੂਰੀ ਦੁਨੀਆ ਨੂੰ ਠੰਡ ਪਾ ਦੇਣੀ ਹੈ। ਕਿਉਂਕਿ ਕਿਸੇ ਚੀਜ਼ ਦਾ ਜਾਣਾ ਤੇ ਫਿਰ ਆਉਣਾ। ਤੇ ਹੋਰ ਵੀ ਨੋਟ ਕਰਿਓ, ਸਾਰੀਆਂ ਸ਼ਹੀਦੀਆਂ ਤੋਂ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਆਉਂਦਾ। ਉਹਦਾ ਕਾਰਨ ਕੀ ਕਿ ਹਮ ਆਪਣੀ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ। ਸਿੱਖੀ ਕੀ ਸਲਤਨਤ ਕਾ ਪੌਦਾ ਸਿੱਖੋਂ ਕੇ ਸਿਰ ਪੇ ਲਗਾ ਚੱਲੇ। ਬਹੁਤ ਵੱਡੀਆਂ ਕੁਰਬਾਨੀਆਂ ਦੇ ਵਿੱਚੋਂ ਇਬਾਦਤ ਚੋਂ ਸ਼ਹਾਦਤ ਨਿਕਲਦੀ ਹੈ। ਅੱਜ ਇਬਾਦਤ ਹੀ ਨਹੀਂ ਕੋਈ ਕਰਦਾ ਤੇ ਸ਼ਹਾਦਤ ਕਿੱਦਾਂ ਨਿਕਲੂ। ਅੱਜ ਵੀ ਦਿੱਲੀ 'ਚ ਸ਼ਹਾਦਤਾਂ ਦਿੱਤੀਆਂ, 700 ਸਿਰ ਲੱਗਾ ਦਿੱਲੀ 'ਚ। ਫੋਟੋਆਂ ਹੀ ਟੰਗੀਆਂ ਰਹਿ ਗਈਆਂ ਉਹਨਾਂ ਮਾਵਾਂ ਦੇ ਘਰ 'ਚ ਜਿਨ੍ਹਾਂ ਦੇ ਬੇਟੇ ਉੱਥੋਂ ਆਏ ਨਹੀਂ। ਅੱਜ ਦੁਬਾਰਾ ਵੀ ਉਹ ਹਾਲਾਤ ਪੈਦਾ ਹੋਏ। ਮਹਾਰਾਜ ਚੇਤਾ ਕਰਾਉਂਦੇ ਰਹਿੰਦੇ ਆ। ਹਵਾ ਚੱਲਦੀ ਰਹਿੰਦੀ, ਬੱਦਲ ਆਉਂਦੇ ਰਹਿੰਦੇ ਆ, ਵਰਖਾ ਹੁੰਦੀ ਹੈ।
ਤੋ ਇਸ ਕਰਕੇ ਕਹਿੰਦੇ ਹਨ, ਆਗਿਆ ਨਹੀਂ ਹੈ ਹਮਕੋ ਰਣ ਕੀ, ਮਿੱਟੀ ਤੱਕ ਉਡਾ ਦੇਤੇ ਦੁਸ਼ਮਣ ਕੇ ਚਮਨ ਕੀ। ਧੰਨ ਮੇਰੇ ਪਾਤਸ਼ਾਹ ਕਿਰਪਾ ਕਰੇ, ਆਓ ਜੀ ਇਬਾਦਤ ਕਰੀਏ ਉਹਨਾਂ ਸ਼ਹੀਦਾਂ ਵਾਸਤੇ। ਵਾਹਿਗੁਰੂ 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 ਸਿਰ ਦਿੱਤਿਆਂ ਬਾਝ ਨੀ ਰਹਿਣਾ ਧਰਮ, ਸਿਰ ਦਿੱਤਿਆਂ ਬਾਝ ਨਹੀਂ ਰਹਿਣਾ, ਸਿਰ ਦਿੱਤਿਆਂ ਬਾਝ ਨਹੀਂ ਰਹਿਣਾ
ਦਿੱਤਿਆਂ ਬਾਝ ਨਹੀਂ ਰਹਿਣਾ। ਸਿਰ ਦਿੱਤਿਆਂ ਬਾਝ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ। ਦਿੱਤਿਆਂ ਬਾਝ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ। ਜੋ ਸੂਰਾ ਤਿਸ ਹੀ ਹੋਏ ਮਰਨਾ, ਜੋ ਸੂਰਾ ਤਿਸ ਹੀ ਹੋਏ ਮਰਨਾ। ਜੋ ਸੂਰਾ ਤਿਸ ਹੀ ਹੋਏ ਮਰਨਾ, ਜੋ ਸੂਰਾ ਤਿਸ ਹੀ ਹੋਏ ਮਰਨਾ। ਜੋ ਭਾਗੈ ਸੋ ਜੂਨੀ ਫਿਰਨਾ, ਜੋ ਭਾਗੈ ਸੋ ਜੂਨੀ ਫਿਰਨਾ। ਜੋ ਭਾਗੈ ਸੋ ਜੂਨੀ ਫਿਰਨਾ, ਜੋ ਭਾਗੈ ਸੋ ਜੂਨੀ ਫਿਰਨਾ। ਸਿਰ ਦਿੱਤਿਆਂ ਬਾਝ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ। ਸਿਰ ਦਿੱਤਿਆਂ ਬਾਝ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ। ਚਾਰ ਪਿਸਰ ਥੇ ਗਿਰਾਏ, ਆਂਸੂ ਏਕ ਨਾ ਗਿਰਾਇਆ। ਬੋਲੋ ਸੰਗਤ ਜੀ, ਚਾਰ ਪਿਸਰ ਥੇ ਗਿਰਾਏ। ਪਿਸਰ ਕਹਿੰਦੇ ਪੁੱਤਾਂ ਨੂੰ। ਇੱਕ ਪੁੱਤ ਕਿਸੇ ਦਾ ਪੂਰਾ ਹੋ ਜੇ ਤੇ ਅੱਖਾਂ ਦੀ ਜੋਤ ਚਲ ਜਾਂਦੀ, ਇੰਨਾ ਰੋਂਦੀ ਦੁਨੀਆ। ਚਾਰ ਪਿਸਰ ਥੇ ਗਿਰਾਏ, ਆਂਸੂ ਏਕ ਨਾ ਗਿਰਾਇਆ। ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਓਂ ਕਾ ਬਢਾਇਆ। ਮਹਾਰਾਜ ਸਾਹਿਬ ਦੇ ਚਾਰ ਪੁੱਤਰ ਗਏ, ਅੱਖਾਂ 'ਚ ਬੂੰਦ ਪਾਣੀ ਦੀ ਨਹੀਂ ਡਿੱਗੀ। ਕਿਸੇ ਵਿਦਵਾਨ ਨੇ ਇਹ ਗੱਲ ਕਹੀ ਸੀ, ਕਹਿੰਦੇ ਸਿੱਖੋ, ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਚੀਜ਼ ਲੁਕਾ ਕੇ ਲੈ ਗਿਆ ਸਿੱਖਾਂ ਤੋਂ। ਅਗਲੇ ਜਵਾਬ ਦੇਣ ਵਾਲਾ ਕਹਿੰਦਾ, ਨਹੀਂ ਓਏ, ਕੀ ਲੁਕਾ ਕੇ ਲੈ ਗਿਆ? ਪੱਗ ਵੀ ਸਾਨੂੰ ਬੰਨ੍ਹ ਗਿਆ, ਕਲਗੀ ਵੀ ਸਾਨੂੰ ਲਾ ਗਿਆ, ਸ੍ਰੀ ਸਾਹਿਬ ਵੀ ਸਾਨੂੰ ਪਵਾ ਗਿਆ, ਕੜੇ ਵੀ ਸਾਨੂੰ ਪਵਾ ਗਿਆ, ਚੋਲਾ ਵੀ ਸਾਨੂੰ ਪਵਾ ਗਿਆ, ਘੋੜਾ ਵੀ ਸਾਨੂੰ ਫੜਾ ਗਿਆ, ਬਾਜ ਵੀ ਸਾਨੂੰ ਫੜਾ ਗਿਆ, ਪੁੱਤਰ ਵੀ ਸਾਥੋਂ ਲੁਟਾ ਗਿਆ, ਬਾਪੂ ਵੀ ਸਾਨੂੰ ਫੜਾ ਗਿਆ, ਮਾਂ ਵੀ ਸਾਡੇ ਤੋਂ ਕੁਰਬਾਨ ਕਰਾ ਗਿਆ, ਆਨੰਦਪੁਰ ਵੀ ਸਾਡੇ ਲੇਖੇ। ਫਿਰ ਲੁਕਾ ਕੇ ਕੀ ਲਗਿਆ ਭਲਿਆ? ਕਹਿੰਦੇ ਮੈਂ ਨਹੀਂ ਦੱਸਣਾ। ਕਹਿੰਦੇ ਦੱਸ ਦੇ ਫਿਰ ਮੇਰਾ ਮਿੱਤਰ ਨਹੀਂ ਤੂੰ। ਮੈਨੂੰ ਤੇ ਕੁਛ ਨਹੀਂ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੁਛ ਵੀ ਲੁਕਾ ਕੇ ਲੈ ਗਿਆ ਹੋਵੇ, ਜਿਹੜਾ ਆਪਣੇ ਬੱਚਿਆਂ ਤੇ ਕੱਲ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਅੱਜ ਰਾਤ ਨੂੰ ਮਹਾਰਾਜ ਨੇ ਚਮਕੌਰ ਦੀ ਗੜੀ ਚੋਂ ਨਿਕਲਣਾ ਤਾੜੀ ਮਾਰ ਕੇ। ਕੱਲ ਨੂੰ ਸਾਹਿਬਜ਼ਾਦਿਆਂ ਦੀ ਅੰਮ੍ਰਿਤ ਵੇਲੇ ਸਰੀਰਾਂ ਦੇ ਕੋਲੋਂ ਗੁਜ਼ਰਨਾ ਮਹਾਰਾਜ ਨੇ। ਉੱਥੇ ਦਇਆ ਸਿੰਘ ਨੇ ਆਖਣਾ, ਮਹਾਰਾਜ ਮੈਂ ਸਾਹਿਬਜ਼ਾਦਿਆਂ ਤੇ ਖੱਫਣ ਪਾ ਦਾਂ ਆਪਣੀ ਪੱਗ ਪਾੜ ਕੇ। ਤੇ ਮਹਾਰਾਜ ਨੇ ਕਹਿਣਾ ਰਹਿਣ ਦੇ, ਜੇ ਪਾਣਾ ਤੇ ਫਿਰ ਵੱਡਾ ਥਾਨ ਲਿਆ ਕੇ ਤੇ ਉਹ ਤੇ ਜਿੰਨੇ ਸ਼ਹੀਦ ਪਏ ਸਾਰਿਆਂ ਦੇ ਉੱਤੇ ਪਾ। ਪਰ ਉਸ ਵੇਲੇ ਦਇਆ ਸਿੰਘ ਨੇ ਰੋਕ ਕੇ ਕਹਿਣਾ, ਮਹਾਰਾਜ ਗਰੀਬ ਤੋਂ ਗਰੀਬ ਮਾਪੇ ਦੁਨੀਆ 'ਚ ਪਏ ਨੇ, ਖੱਫਣੋਂ ਬਗੈਰ ਦੱਸ ਕਿਹਦੇ ਪੁੱਤ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਕੀ ਲੁਕਾ ਕੇ ਲੈ ਗਿਆ ਓਏ ਸਜਣਾ? ਕਹਿੰਦਾ ਮੈਂ ਨਹੀਂ ਦੱਸਣਾ। ਕਹਿੰਦਾ ਫਿਰ ਨਹੀਂ ਦੱਸਣਾ, ਨਾ ਦੱਸ, ਪਰ ਮੈਨੂੰ ਨਹੀਂ ਲੱਗਦਾ। ਕਹਿੰਦਾ ਮੈਂ ਦੱਸੂਗਾ ਵੀ, ਪਰ ਏਦਾਂ ਨਹੀਂ। ਕਹਿੰਦੇ ਫਿਰ ਦੱਸ ਦੇ, ਕਾਹਤੋਂ ਤਰਸਾਉਣਾ ਹੈ? ਗੁਰੂ ਗੋਬਿੰਦ ਸਿੰਘ ਕੀ ਲੁਕਾ ਕੇ ਲੈ ਗਿਆ ਆਪਣੀ ਕੌਮ ਤੋਂ? ਅੱਜ ਜਿੰਨੇ ਵੀ ਦੁਨੀਆ ਤੇ ਬਾਬੇ ਆ, ਡੇਰੇ ਆ, ਸਾਰੇ ਆਪਣੇ ਪੁੱਤਾਂ ਨੂੰ ਗੱਦੀ ਤੇ ਬਹਾ ਕੇ ਜਾਂਦੇ ਜਦੋਂ ਵੀ ਮਰਦੇ ਆ। ਇੱਕ ਗੁਰੂ ਗੋਬਿੰਦ ਸਿੰਘ ਸੀ ਜਿਹੜਾ ਆਪਣਿਆਂ ਨੂੰ ਉੱਦਾਂ ਹੀ ਛੱਡ ਗਿਆ ਖੱਫਣ ਤੋਂ ਬਿਨਾਂ, ਤੇ ਬਗਾਨਿਆਂ ਨੂੰ ਤਖਤਾਂ ਤੇ ਬਹਾ ਗਿਆ। ਤਾਂ ਹੀ ਕਿਸੇ ਨੇ ਆਖਿਆ ਤੇਰੇ ਜਿਹਾ ਹੋਰ ਨਹੀਂ ਹੋਣਾ ਕੋਈ ਵੀ ਬਾਪ ਦੁਨੀਆ ਤੇ। ਅੱਜ ਕੱਲ੍ਹ ਜੋ ਮਰਜ਼ੀ ਵੇਖੀਏ, ਬੜੇ ਬੜੇ ਨਾਮਵਰ ਜਿਹੜੇ ਬਾਬੇ ਲੜਨ ਦੇ ਗੱਦੀਆਂ ਤੋਂ, ਪੈਲੀਆਂ ਤੋਂ ਲੜਨ ਦੇ, ਗੋਲੀਆਂ ਚੱਲਣ ਦੀਆਂ, ਲੋਕਾਂ ਨੂੰ ਕਹਿੰਦੇ ਬੰਦਗੀ ਕਰੋ, ਸਿਮਰਨ ਕਰੋ, ਅੰਦਰ ਸ਼ਾਂਤੀ। ਲੋਕਾਂ ਨੂੰ ਕਹਿੰਦੇ ਆ ਜਾਓ ਤੁਹਾਨੂੰ ਰੱਬ ਨਾਲ ਮਿਲਾਈਏ, ਤੇ ਆਪ ਛਤਰੋ ਛਤਰੀ ਹੁੰਦਾ। ਮੈਂ ਕਿਸੇ ਦਾ ਜ਼ਿਕਰ ਨਹੀਂ ਕਰਦਾ, ਤੁਸੀਂ ਸਿਆਣੇ ਆ। ਜਿਹੜੇ ਦੂਜਿਆਂ ਨੂੰ ਸਮਾਗਮ ਰੱਖ ਕੇ ਕਹਿੰਦੇ ਸੀ ਨਾ ਆਓ ਤੁਹਾਨੂੰ ਰੱਬ ਨਾਲ ਮਿਲਾਉਣੇ ਆ, ਆਪ ਜ਼ਮੀਨਾਂ ਤੋਂ ਲੜਨ ਦੇ, ਸਿਰ ਪਾਟੇ ਇੱਕ ਦੂਜੇ ਦੇ। ਸਭ ਪਖੰਡ ਹੋ ਰਿਹਾ, ਕੁਛ ਨਹੀਂ ਇੱਥੇ ਧਰਤੀ ਤੇ। ਬਾਪੂ ਜੋ ਕਰ ਗਿਆ ਉਹ ਕਰ ਗਿਆ। ਤੋ ਇਸ ਕਰਕੇ ਮੇਰੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕੀ ਲੁਕਾ ਕੇ ਲੈ ਗਿਆ ਗੁਰੂ ਗੋਬਿੰਦ ਸਿੰਘ?
ਕਹਿੰਦੇ ਸਿੱਖਾ ਜੇ ਤੂੰ ਜ਼ਿਆਦਾ ਹੀ ਯਤਨ ਕਰਦਾ ਹੈ ਤੇ ਫਿਰ ਏਦਾਂ ਨਹੀਂ ਦੱਸਣਾ, ਕੜਾਹ ਪ੍ਰਸਾਦ ਦੀ ਦੇਗ ਲੈ ਕੇ ਆ ਜਾ ਅਰਦਾਸ ਕਰਕੇ ਗੁਰੂ ਗੋਬਿੰਦ ਸਿੰਘ ਦਾ ਧੰਨਵਾਦ ਕਰਕੇ ਦੱਸੂ। ਅਰਦਾਸ ਕਰਕੇ ਕਹਿੰਦਾ ਅਰਦਾਸ ਕਰਦਿਆਂ ਕਰਦਿਆਂ ਉਹ ਜਿਹੜਾ ਸਿੱਖ ਸੀ ਉਹ ਯਾਰੋ ਯਾਰ ਰੋ ਪਿਆ। ਉਹ ਕਹਿੰਦਾ ਹੁਣ ਤੇ ਦੱਸ ਦੇ ਕੀ ਲੁਕਾ ਕੇ ਲੈ ਗਿਆ। ਕਹਿੰਦਾ ਦੱਸੀ ਤੇ ਜਾਨਾ। ਕਹਿੰਦਾ ਕਿੱਥੇ ਦੱਸਦਾ ਏ, ਤੂੰ ਤਾਂ ਰੋਈ ਜਾਨਾ, ਮੈਂ ਤੈਨੂੰ ਪੁੱਛਦਾ। ਕਹਿੰਦੇ ਉਹੀ ਤਾਂ ਤੈਨੂੰ ਦੱਸਣ ਦਿਆ ਏ। ਕਹਿੰਦਾ ਫੇਰ ਕੀ ਦੱਸਣ ਦਿਆ ਏ। ਕਹਿੰਦਾ ਅਜੇ ਵੀ ਤੈਨੂੰ ਸਵਾਲ ਦਾ ਜਵਾਬ ਨਹੀਂ ਮਿਲਿਆ। ਕਹਿੰਦਾ ਨਹੀਂ ਮਿਲਿਆ, ਪਹਿਲਾਂ ਰੋਣੋਂ ਚੁੱਪ ਕਰ ਫਿਰ ਦੱਸ। ਕਹਿੰਦਾ ਜੇ ਮੈਂ ਰੋਣੋਂ ਚੁੱਪ ਕਰੂੰਗਾ ਤੇ ਜਵਾਬ ਕਿੱਦਾਂ ਦੱਸੂੰਗਾ। ਕਹਿੰਦਾ ਫਿਰ ਬੋਲੇਗਾ ਮੂੰਹ ਚੋਂ ਤੇ ਦੱਸੇਗਾ। ਕਹਿੰਦੇ ਓਏ ਕਮਲਿਆ, ਮੈਨੂੰ 20 ਮਿੰਟ ਹੋ ਗਏ ਰੋਂਦੇ ਨੂੰ, ਮੇਰੀਆਂ ਅੱਖਾਂ ਚੋਂ ਕੀ ਡਿੱਗਦਾ ਸੀ। ਕਹਿੰਦਾ ਪਾਣੀ, ਹੰਝੂ। ਕਹਿੰਦਾ ਇਹੋ ਤੇ ਮੈਂ ਤੈਨੂੰ ਦੱਸਣਾ ਚਾਹੁੰਦਾ ਵੀ ਗੁਰੂ ਗੋਬਿੰਦ ਸਿੰਘ ਇੱਕ ਚੀਜ਼ ਸਾਡੇ ਤੋਂ ਲੁਕਾ ਕੇ ਲੈ ਗਿਆ, ਆਪਣੀਆਂ ਅੱਖਾਂ ਦਾ ਪਾਣੀ। ਮਹਾਰਾਜ ਦਾ ਇਤਿਹਾਸ ਪੜ੍ਹ ਕੇ ਵੇਖਿਓ, ਇੱਥੇ ਕਿਸੇ ਬਾਬੇ ਦਾ ਪੁੱਤ ਚੜ੍ਹਾਈ ਕਰ ਜੇ ਤੇ ਵੈਣ ਪਾ ਪਾ ਰੋਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅੱਖ ਦੇ ਵਿੱਚ ਤੁਮਕਾ ਪਾਣੀ ਨਹੀਂ ਸੀ ਆਇਆ। ਸਾਰੇ ਸਿੰਘਾਂ ਦੀਆਂ ਧਾਹਾਂ ਨਿਕਲ ਗਈਆਂ ਸੀ ਤੇ ਮਹਾਰਾਜ ਕਹਿੰਦੇ ਸੀ ਦਇਆ ਸਿੰਘਾ ਮੈਂ 5 ਜਕਾਰੇ ਲਾਏ, ਤੂੰ ਇੱਕ ਦਾ ਜਵਾਬ ਨਹੀਂ ਦਿੱਤਾ। ਜੋ ਸਾਡਾ ਇਤਿਹਾਸ ਕਹਿੰਦਾ ਹੈ, ਕਹਿੰਦੇ ਮਹਾਰਾਜ ਸਾਹਿਬ ਕਹਿੰਦੇ ਦਇਆ ਸਿੰਘਾ ਤੂੰ ਜਕਾਰੇ ਦਾ ਜਵਾਬ ਕਿਉਂ ਨਹੀਂ ਦਿੱਤਾ। ਕਹਿੰਦੇ ਮਹਾਰਾਜ ਤੂੰ ਹੀ ਦੇ ਸਕਦਾ, ਸਾਡੀ ਬਵਸ ਹੋ ਗਈ ਹੈ, ਸਾਡੇ ਤੋਂ ਨਹੀਂ ਜਵਾਬ ਦੇ ਹੋਣਾ ਕਿ ਤੇਰੇ ਪੁੱਤਰ ਨੂੰ 360 ਤੀਰ ਵੱਜਣ ਦਾ ਹੈ, ਛਾਤੀ ਪਰੋ ਕੇ ਰੱਖ ਦਿੱਤੀ ਦੁਸ਼ਮਣ ਨੇ, ਤੇ ਤੂੰ ਜਕਾਰੇ ਤੇ ਚੜ੍ਹਦੀ ਕਲਾ ਦੇ ਹੁੰਦੇ ਐ। ਤੇਰੇ ਜੁਝਾਰ ਸਿੰਘ ਦੀ ਵੱਖੀ 'ਚ ਬਰਸ਼ੀ ਮਾਰ ਕੇ ਦੁਸ਼ਮਣ ਨੇ ਆਂਦਰਾਂ ਕੱਢਤੀਆਂ, ਬਾਬਾ ਕਿੱਦਾਂ ਜਕਾਰਾ ਲਾਵਾਂ। ਤੇ ਮੇਰੇ ਗੁਰੂ ਗੋਬਿੰਦ ਸਿੰਘ ਕਹਿੰਦੇ ਮਿੱਤਰਾ, ਕਦੋਂ ਵੀ ਫਲ ਦਾ ਬੂਟਾ ਲਾਈਏ ਤੇ ਉਹਦਾ ਬੀਜ ਗਲਦਾ ਹੁੰਦਾ ਏ। ਤੂੰ ਮੇਰੇ ਪੁੱਤਰਾਂ ਦੀ ਸ਼ਹੀਦੀ ਤੇ ਚੜ੍ਹਦੀ ਕਲਾ ਦੇ ਜਕਾਰੇ ਲਾਈ, ਕਿਉਂਕਿ ਇਹਨਾਂ ਦੀ ਸ਼ਹੀਦੀ ਦੇ ਵਿੱਚੋਂ ਐਦਾਂ ਦੀ ਜਾਗ ਨਿਕਲਣੀ ਜਿਹੜੀ ਸਾਰੀ ਦੁਨੀਆ ਨੂੰ ਜਗਾ ਕੇ ਰੱਖ ਦੇਗੀ। ਉਹ ਜਾਗ ਅੱਜ ਤੱਕ ਨਿਕਲੀ। ਜੇ ਉਹ ਸ਼ਹਾਦਤ ਦਾ ਇਤਿਹਾਸ ਨਾ ਹੁੰਦਾ ਤੇ ਉਹ ਦਿੱਲੀ ਦੇ ਵਿੱਚ ਜਿਹੜੇ ਬੈਰੀਕੇਡ ਲੱਗੇ ਸੀ ਉਹਨਾਂ ਨੂੰ ਚੁੱਕ ਚੁੱਕ ਕੇ ਇੱਦਾਂ ਨਹੀਂ ਮਾਰਿਆ ਜਾਣਾ ਸੀ। ਉਹ ਕਿਤੇ ਨਾ ਕਿਤੇ ਬਲੱਡ ਵਿੱਚ ਆ ਜਾਂਦਾ ਨਾ ਉਹਨਾਂ ਸ਼ਹੀਦਾਂ ਸਿੰਘਾਂ ਦਾ। ਤਾਂ ਕਰਕੇ ਹੀ ਟਰੈਕਟਰ ਮੂਧੇ ਹੋ ਗਏ, ਨੌਜਵਾਨ ਥੱਲੇ ਆ ਕੇ ਚੜ੍ਹਾਈ ਕਰ ਗਏ, ਸ਼ਹੀਦੀ ਦਾ ਖਿਤਾਬ ਮਿਲਿਆ। ਉਹ ਐਵੇਂ ਨਹੀਂ ਚੜ੍ਹ ਗਏ ਕਿਉਂਕਿ ਉਹਨਾਂ ਦੀਆਂ ਆਂਦਰਾਂ ਦੇ ਵਿੱਚ ਬਲੱਡ ਗੁਰੂ ਗੋਬਿੰਦ ਸਿੰਘ ਦਾ ਹੀ ਹੈ। ਠੀਕ ਹੈ, ਅੱਜ ਪਤਤ ਪੁਣੇ ਨੇ ਸਾਡੇ ਬੱਚੇ ਨੂੰ ਪੁੱਠੇ ਪਾਸੇ ਲਾਤਾ, ਪਰ ਕਿਤੇ ਨਾ ਕਿਤੇ ਜਦੋਂ ਕੌਮ ਤੇ ਸੱਟ ਵੱਜਦੀ ਹੈ ਤੇ ਉਹ ਬਲੱਡ ਜ਼ਰੂਰ ਦੁਬਾਰਾ ਫਿਰ ਉਹ ਆਪਣੀ ਲਾਲੀ ਦਿਖਾਉਂਦਾ ਏ। ਇਸ ਕਰਕੇ ਸਾਧ ਸੰਗਤਾਂ, ਜੋ ਦਿਨ ਹੈ ਕੌਮ ਦੇ ਵਿੱਚ, ਜਿਸ ਦਿਨ ਵਰਗਾ ਕੋਈ ਦਿਨ ਨਹੀਂ ਹੋਇਆ। ਸ਼ਾਮਾਂ ਦੇ ਵਕਤ ਸ਼ਹੀਦੀ ਪੂਰੀ ਤਰ੍ਹਾਂ ਪ੍ਰੇਮ ਦੇ ਨਾਲ ਸਾਂਝੀ ਕਰਨੀ। ਉਹ ਸਮਾਂ 20 ਮਿੰਟ 12 ਬਾਕੀ ਹੈ, ਸਿਮਰਨ ਵੀ ਕਰਨਾ ਥੋੜਾ। ਉਹ ਬਾਬੇ ਫਰੀਦ ਸਾਹਿਬ ਦੇ ਦੀਦਾਰ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ। ਧੰਨ ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ ਦੀ ਰੂਹਾਨੀਅਤ ਬਹੁਤ ਵੱਡੀ ਹੈ। ਬਾਬਾ ਫਰੀਦ ਸਾਹਿਬ ਜੀ ਖੁਦਾ ਦੀ ਬਾਰਗਾਹ ਤੇ ਬੈਠੇ ਆ। ਇੱਕ ਨੌਜਵਾਨ ਆਇਆ ਤੇ ਅੱਲਾ ਨੂੰ ਸਿਜਦਾ ਕੀਤਾ ਉਹਨੇ, ਪਰ ਆਪਣਾ ਸਿਰ ਨਹੀਂ ਥੱਲੇ ਲੱਗਣ ਦਾ। ਥੋੜਾ ਜਿਹਾ ਧਿਆਨ ਦਿਓ, ਅੱਜ ਵੀ ਨੋਟ ਕਰਿਓ, ਕਈ ਸਿੰਘ ਮੱਥਾ ਟੇਕਦੇ ਆ ਨਾ, ਆਪਣੀ ਦਸਤਾਰ ਨਹੀਂ ਥੱਲੇ ਲੱਗਣ ਦਿੰਦੇ। ਹਾਲਾਂਕਿ ਵੈਸੇ ਵੀ ਜਿਹੜੀ ਦਸਤਾਰ ਆਪਾਂ ਹੁਣ ਬੰਨ੍ਹਦੇ ਆ, ਦਾਸ ਨੇ ਬੱਧੀ, ਭਾਈ ਸਾਹਿਬ ਨੇ, ਇਹ ਦਸਤਾਰ ਨਾਲ ਵੈਸੇ ਵੀ ਤੁਸੀਂ ਮੱਥਾ ਲਾਉਣਾ ਚਾਹੋ ਥੱਲੇ ਤੇ ਲੱਗਣਾ ਹੀ ਨਹੀਂ। ਅਸਲ ਵਿੱਚ ਦਸਤਾਰ ਸੀ ਦੁਮਾਲਾ, ਜਿਹੜਾ ਗੁਰੂ ਸਾਹਿਬ ਸਜਾਉਂਦੇ ਸੀ। ਉਹ ਨਾ ਤਾਲੂ ਦੇ ਵਿੱਚ ਜੂੜਾ ਕਰਕੇ ਆਪਣਾ, ਤੇ ਇੱਥੋਂ ਆਹ ਚੀਜ਼ ਲੈ ਕੇ ਤੇ ਆਹ ਚੀਜ਼ ਪਿੱਛੇ ਚੱਲ ਜਾਂਦੀ ਸੀ। ਤੇ ਜਦੋਂ ਆਪਾਂ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਹਾਂ ਤੇ ਪ੍ਰੋਪਰ ਆ ਜਿਹੜਾ ਅਗਲੇ ਬੰਨੇ ਮੱਥਾ ਸੀ ਨਾ, ਇਹ ਪੂਰਾ ਸਾਫ਼ ਥੱਲੇ ਜਿਵੇਂ ਮੋਹਰ ਲੱਗਦੀ ਹੈ ਨਾ ਪੂਰੀ,
ਹੁਣ ਜਦੋਂ ਵੀ ਸਰਕਾਰੀ ਦਰਬਾਰੇ ਮੋਹਰ ਲਾਉਣੀ ਤੇ ਉਹ ਪੱਧਰੀ ਜਗ੍ਹਾ ਤੇ ਰੱਖ ਕੇ ਲਾਉਂਦੇ ਵੀ ਪੂਰੀ ਮੋਹਰ ਲੱਗੇ। ਤੇ ਹੁਣ ਆਪਾਂ ਤਾਂ ਚੁੰਝਾਂ ਏਦਾਂ ਕੱਢ ਲੈਂਦੇ ਆ ਵੀ ਜਿਵੇਂ ਕੰਧ ਦੇ ਵਿੱਚ ਛੇਕ ਕਰਨਾ। ਅਸਲ ਦੇ ਵਿੱਚ ਨਾ, ਚਲੋ ਜੇ ਮੈਂ ਗਲਤ ਹੋਵਾਂ, ਲਾਈਵ ਚੱਲਦਾ, ਕੋਈ ਦਿਲ ਤੇ ਨਾ ਲਾਵੇ, ਮੈਨੂੰ ਮਾਫੀ ਦੇ ਦੇਣੀ, ਪਰ ਮੇਰਾ ਅੰਦਰ ਕਹਿੰਦਾ ਹੈ ਕਿ ਅਸਲੀ ਦਸਤਾਰ ਉਹ ਚਾਹੀਦੀ ਸਿਰ ਤੇ ਜਿਹਦੇ ਨਾਲ ਮੱਥਾ ਤੇ ਥੱਲੇ ਲੱਗੇ। ਹੁਣ ਮੱਥਾ ਟੇਕੀ ਜਾਓ, ਐਂ ਟੱਕਰਾਂ ਮਾਰੀ ਜਾਓ, ਤੇ ਚੁੰਝ ਇੰਨੀ ਲੰਮੀ ਕੀਤੀ ਹੈ ਤੇ ਮੱਥਾ ਕਿੱਥੋਂ ਲੱਗੂਗਾ। ਅਸਲ 'ਚ ਗੁਰੂ ਸਾਹਿਬ ਦੇ ਵੇਲੇ ਗੋਲ ਦਮਾਲਾ ਜਿਹੜਾ ਸੀ ਨਾ, ਹੁਣ ਬਹੁਤ ਕੁਝ ਸਾਡੇ ਤੋਂ ਹੌਲੀ ਹੌਲੀ ਖੁੱਸਦਾ ਜਾਂਦਾ। ਉਹ ਤਾਲੂ ਦੇ ਵਿੱਚ ਅੱਜ ਵੀ ਜਦੋਂ ਨਿਹੰਗ ਸਿੰਘ ਅੰਮ੍ਰਿਤ ਛਕਾਉਂਦੇ ਤੇ ਤਾਲੂ 'ਚ ਪਾਉਂਦੇ ਆ ਜਿਹੜਾ ਸਿਰ ਦਾ ਸੈਂਟਰ ਵਾਲਾ ਹਿੱਸਾ ਨਾ, ਇੱਥੇ ਜੂੜਾ ਕਰਦੇ ਜਿਹੜੇ ਪੂਰੇ ਪ੍ਰੇਮ ਵਾਲੇ ਆ। ਹੁਣ ਫੈਸ਼ਨ ਹੈ, ਪਹਿਲੀ ਗੱਲ ਤੇ ਕੇਸ ਰੱਖਦਾ ਕੋਈ ਨਹੀਂ, ਦੂਜਾ ਕਈ ਨੌਜਵਾਨ ਕੇਸ ਰੱਖਦੇ ਪਰ ਉਹ ਜਿੱਦਾਂ ਧੀਆਂ ਗੁੱਤਾਂ ਕਰਦੀਆਂ ਵੀ ਇੱਕ ਗੁੱਤ ਇੱਧਰੋਂ ਕਰਕੇ ਇੱਧਰੋਂ ਪਿੱਛੇ, ਫਿਰ ਪੱਗ ਬੰਨ੍ਹਦੇ ਵੀ ਆ ਜੂੜਾ ਉੱਦਾਂ ਵਿੱਚ ਦੀਦਾ ਰਹਿੰਦਾ ਤਾਲੂ ਦੇ, ਤੇ ਕੇਸਾਂ ਨੂੰ ਖਿਲਾਰ ਕੇ ਪੱਗ ਨਹੀਂ। ਅਸਲ ਦੇ ਵਿੱਚ ਤਾਲੂ ਦੇ ਵਿੱਚ ਵੱਡਾ ਜੂੜਾ ਕਰਨਾ ਚਾਹੀਦਾ। ਤੋ ਨਿਹੰਗ ਸਿੰਘ ਫਰਲਾ ਸਜਾਉਂਦੇ ਸੀ, ਜਿੰਨੇ ਮਰਜ਼ੀ ਕੇਸ ਹੋਣ ਦੀ ਉਹ ਤਾਂ ਨੂੰ ਨਿਕਲਦਾ ਜਾਂਦਾ ਸੀ। ਅੱਜ ਆਪਣੀ ਦਸਤਾਰ ਵੀ ਉਹ ਨਹੀਂ ਰਹੀ, ਕਿਉਂਕਿ ਇੱਥੇ ਅੱਜ ਮੈਂ ਤਾਂ ਜ਼ਿਕਰ ਕਰਤਾ ਬਾਬੇ ਫਰੀਦ ਸਾਹਿਬ ਦਾ ਸਲੋਕ ਹੀ ਇੱਦਾਂ ਦਾ ਕਿਰਪਾ ਹੋਇਆ। ਕਹਿੰਦੇ ਮੈਂ ਭੁਲਾਵਾ ਪੱਗ ਦਾ ਮੱਤ ਮੈਲੀ ਹੋਏ ਜਾਏ। ਕਹਿੰਦੇ ਵੀ ਜਦੋਂ ਮੱਥਾ ਟੇਕਦੇ ਆ ਤੇਰਾ ਮੱਥਾ ਥੱਲੇ ਲੱਗਣਾ ਚਾਹੀਦਾ। ਜੇ ਤਪਿਆ ਪਿਆ ਸੜਿਆ ਪਿਆ ਮੱਥਾ ਲੂਸਿਆ ਪਿਆ, ਜਦੋਂ ਗੁਰੂ ਸਾਹਿਬ ਦੇ ਕਦਮਾਂ ਦੇ ਉੱਤੇ ਰੱਖੇਗਾ ਨਾ, ਆ ਜਿੰਨੀਆਂ ਤਿਉੜੀਆਂ ਪੈਂਦੀਆਂ ਇਹਦੇ ਤੇ ਸਾਰੇ ਦੀਆਂ ਸਾਰੀਆਂ ਸਾਫ਼ ਹੋ ਜਾਣਗੀਆਂ। ਕਦੇ ਵੇਖਿਓ ਰੱਖ ਕੇ, ਮੈਂ ਤਾਂ ਇੱਦਾਂ ਤੇ ਮੇਰਾ ਵੀ ਨਹੀਂ ਲੱਗਦਾ, ਪਰ ਮੈਂ ਉਹ ਸਰਦਲ ਤੇ ਜ਼ਰੂਰ ਲਾ ਲੈਂਦਾ ਹੁੰਦਾ। ਉਹ ਬੂਹਾ ਜਿੱਥੇ ਵੱਜਦਾ ਨਾ, ਉਹ ਉੱਚਾ ਥਾਂ ਹੈ, ਉੱਥੇ ਲੱਗ ਜਾਂਦਾ ਤੇ ਲਾ ਕੇ ਕਿਤੇ ਵੇਖਿਓ। ਵੈਸੇ ਵੀ ਦੁਨਿਆਵੀ ਤੌਰ ਤੇ ਚਲੋ ਇੰਨੇ ਤੇ ਜੋਗਿਆ ਭੈਣੀ, ਵੈਸੇ ਵੀ ਨਾ ਉਹ ਪੱਥਰ ਜਿਹੜਾ ਉਹਦੇ ਉੱਤੋਂ ਦੀ ਸੰਗਤ ਕਿੰਨੀ ਲੰਘਦੀ ਕਿੰਨੀ ਆਉਂਦੀ ਹੈ, ਤੇ 2 ਮਿੰਟ ਆਪਣੇ ਮੱਥੇ ਨੂੰ ਉਹ ਸਰਦਲ ਦੇ ਉੱਤੇ ਏਦਾਂ ਲਾਈ ਰੱਖਿਓ, ਏਦਾਂ ਕਰਕੇ, ਤੇ ਇਸ ਤਰ੍ਹਾਂ ਲੱਗਦਾ ਜਿਵੇਂ ਤੇਰੇ ਸਿਰ ਦੀ ਜਿੰਨੀ ਗਰਮੀ, ਜਿੰਨੀ ਤਪਸ਼, ਜਿੰਨੇ ਵਕਾਰ, ਜਿੰਨੀ ਟੈਨਸ਼ਨ ਹੈ, 2 ਮਿੰਟ ਵਾਸਤੇ ਸਾਰੀ ਫਿਨਸ ਮਹਿਸੂਸ ਕੀਤਾ ਹੈ। ਰਾਗੀ ਹੀਰਾ ਸਿੰਘ ਜੀ ਹੋਏ, ਉਹਨਾਂ ਦਾ ਮੈਂ ਜੀਵਨ ਪੜ੍ਹਿਆ ਸੀ, ਬਹੁਤ ਵੱਡੇ ਰੂਹਾਨੀਅਤ ਦੇ ਮਾਲਕ। ਉਹ ਕਹਿੰਦੇ ਵੀ ਜੋ ਦਰਬਾਰ ਸਾਹਿਬ ਆਉਂਦੇ ਹੁੰਦੇ ਸੀ ਨਾ, ਉੱਦਾਂ ਜ਼ਿਆਦਾ ਬਾਹਰ ਹੀ ਰਹਿੰਦੇ ਸੀ, ਸੰਗਤਾਂ ਬਹੁਤ ਪ੍ਰੇਮ ਕਰਦੀਆਂ ਸੀ ਉਹਨਾਂ ਨੂੰ। ਤੇ ਜਦੋਂ ਉਹਨਾਂ ਨੇ ਆਉਣਾ ਤੇ ਉਹਨਾਂ ਨੇ ਫਿਰ ਉੱਥੇ 15 ਦਿਨ ਭਾਂਡਿਆਂ ਦੀ ਸੇਵਾ ਕਰਨੀ, ਹਰਿਮੰਦਰ ਸਾਹਿਬ ਜੂਠਿਆਂ ਭਾਂਡਿਆਂ ਦੀ, ਚਾਦਰਾਂ ਦਰੀਆਂ ਦੀ। ਤੇ ਭਾਈ ਸਾਹਿਬ ਦੇ ਜੀਵਨ 'ਚ ਇੱਕ ਲਿਖਿਆ, ਖੈਰ ਤਰਕ ਨਹੀਂ ਆਪਾਂ ਕਰ ਸਕਦੇ, ਵੀ ਭਾਈ ਸਾਹਿਬ ਜਦੋਂ ਕਈ ਵਾਰੀ ਵਿਰਾਗ 'ਚ ਆ ਜਾਂਦੇ ਹੁੰਦੇ ਸੀ ਨਾ, ਨੱਕ ਰਗੜ ਕੇ ਆਪਣਾ ਤੇ ਲਹੂ ਕੱਢ ਲੈਂਦੇ ਸੀ ਇੱਥੋਂ। ਤੇ ਕਿਸੇ ਨੇ ਆਖਿਆ ਵੀ ਤੁਸੀਂ ਏਦਾਂ ਕਾਹਤੋਂ ਕਰਦੇ ਹੋ, ਸਾਰੇ ਨੱਕ 'ਚੋਂ ਲਹੂ ਪੈਦਾ ਕਰ ਲਿਆ। ਤੇ ਭਾਈ ਸਾਹਿਬ ਜੀ ਕਹਿੰਦੇ ਗੁਰੂ ਰਾਮਦਾਸ ਦੇ ਚਰਨਾਂ 'ਚ ਰਗੜਦਾ ਏ, ਕਿਉਂਕਿ ਜਦੋਂ ਮੇਰਾ ਕੀਰਤਨ ਕਰਦਾ ਹੈ ਨਾ, ਦੁਨੀਆ ਮੈਨੂੰ ਮੱਥੇ ਟੇਕਦੀ ਹੈ, ਤੇ ਉਹ ਜਦੋਂ ਮੱਥਾ ਟੇਕਦੀ ਹੈ ਤੇ ਮੇਰੇ ਅੰਦਰ ਇੱਕ ਭਾਵਨਾ ਏ ਕਿ ਇਹ ਮੱਥਾ ਗੁਰੂ ਰਾਮਦਾਸ ਤੇਰੀ ਕਿਰਪਾ ਦਾ ਏ, ਪਰ ਟੇਕੀ ਮੈਨੂੰ ਜਾਣਦਾ ਏ। ਅੱਜ ਮੈਂ ਉਸ ਮੱਥੇ ਦਾ ਹੱਕ ਅਦਾ ਕਰਨ ਲੱਗਾ ਏ, ਸੰਗਤ ਦਾ ਪੈਸਾ ਖਾਨਾ ਮੈਂ। ਏਦਾਂ ਦੇ ਰਾਗੀ ਸਿੰਘ ਹੋਏ ਆ, ਉਹਨਾਂ ਦੇ ਜੀਵਨ ਨੂੰ ਤੁਸੀਂ ਪੜ੍ਹ ਲਿਓ। ਖਾਸ ਕਰਕੇ ਭਾਈ ਸਾਹਿਬ ਸਿੰਘ ਜੀ ਕੈਨੇਡਾ ਵਾਲੇ, ਉਹ ਬਹੁਤ ਉਹਨਾਂ ਦੇ ਜੀਵਨ ਦੇ ਉੱਤੇ ਸੁਣਾਉਂਦੇ ਰਹਿੰਦੇ ਆ, ਬਹੁਤ ਬੰਦਗੀ ਵਾਲੀ ਰੂਹ ਹੈ। ਤੋ ਕਹਿੰਦੇ ਨੱਕ ਦੇ ਵਿੱਚੋਂ ਲਹੂ ਕੱਢ ਲੈਂਦੇ, ਇੰਨਾ ਪਛਤਾਵਾ ਸੀ ਵੀ ਸੰਗਤ ਦਾ ਧਨ ਖਾਨੇ, ਸੰਗਤ ਤੋਂ ਮੱਥਾ ਟਿਕਾਉਣੇ। ਕਿਉਂਕਿ ਸੰਗਤ ਜਦੋਂ ਸ਼ਬਦ ਲਾਉਂਦੇ ਆ ਨਾ ਰਾਗੀ ਸਿੰਘ, ਅੱਜ ਵੀ ਕੋਈ ਭਾਵਨਾ ਵਾਲਾ, ਤੇ ਜਿਹੜੀ ਭਾਵਨਾ ਹੁੰਦੀ ਹੈ ਸੰਗਤ ਦੇ ਅੰਦਰ ਵਿਰਾਗ ਪੈਦਾ ਕਰ ਦਿੰਦੀ ਹੈ। ਤੇ ਜਦੋਂ ਵਿਰਾਗ ਆਉਂਦਾ ਹੈ ਤੇ ਉੱਥੇ 70 ਸਾਲ ਦਾ ਬਾਪੂ ਵੀ 25 ਸਾਲ ਦੇ ਕਥਾਵਾਚਕ ਦੇ ਦੋਵੇਂ ਪੈਰਾਂ ਨੂੰ ਹੱਥ ਲਾ ਦਿੰਦਾ, ਕਿਉਂਕਿ ਉਹਦਾ ਅੰਦਰ ਜਗ ਪੈਂਦਾ ਨਾ, ਉਸ ਵੇਲੇ ਉਹਦਾ ਅੰਦਰ ਭੁੱਲ ਜਾਂਦਾ ਹੈ ਵੀ ਇਹ ਕੌਣ ਹੈ ਇਸ ਵੇਲੇ। ਤੇ ਕਈ ਸੰਗਤਾਂ ਚਰਨ ਫੜ ਲੈਂਦੀਆਂ, ਤੁਸੀਂ ਧੰਨ ਹੋ ਮਹਾਰਾਜ, ਬਾਬਾ ਜੀ ਤੁਸੀਂ ਧੰਨ ਹੋ, ਕਿਉਂਕਿ ਉਸ ਵੇਲੇ ਉਹ ਇਮੋਸ਼ਨਲ ਉਹਨਾਂ ਦੇ ਅੰਦਰ ਖੇਡ ਵਰਤਦੀ ਹੈ। ਤੋ ਧਿਆਨ ਦੇਣਾ। ਤੋ ਭਾਈ ਸਾਹਿਬ ਜੀ ਇੰਨਾ ਜ਼ਿਆਦਾ ਗੁਰੂ ਰਾਮਦਾਸ ਦੀ ਅਰਦਲ ਤੇ ਨੱਕ ਰਗੜਦੇ ਸੀ ਵੀ ਲਹੂ ਨਿਕਲ ਆਉਂਦਾ ਸੀ। ਤੇ ਹੋਣਾ ਵੀ ਚਾਹੀਦਾ, ਕਿਉਂਕਿ ਅਸੀਂ ਸ਼ਹੀਦਾਂ ਦਾ ਇਤਿਹਾਸ ਸੁਣਾ ਕੇ ਕੋਠੀਆਂ ਪਾਈਆਂ, ਅਸੀਂ ਸ਼ਹੀਦਾਂ ਦਾ ਇਤਿਹਾਸ ਸੁਣਾ ਕੇ ਗੱਡੀਆਂ ਲਈਆਂ, ਅਸੀਂ ਸ਼ਹੀਦਾਂ ਦਾ ਇਤਿਹਾਸ ਸੁਣਾ ਕੇ 700 ਰੁਪਈਏ ਨੂੰ ਮੀਟਰ ਕੁੜਤਾ ਪਜਾਮਾ ਪਾਇਆ।
ਪਰ ਇੱਕ ਵਾਰੀ ਜ਼ਰੂਰ ਆਉਂਦਾ ਏ ਕਿ ਬਾਬਾ ਫਤਿਹ ਸਿੰਘ ਜੀ, ਮੈਂ ਤੇਰਾ ਇਤਿਹਾਸ ਸੁਣਾਇਆ, ਮੈਨੂੰ ਸੰਗਤ ਨੇ ਕਿੰਨਾ ਪਿਆਰ ਦੇ ਦਿੱਤਾ, ਤੇਰੇ ਤੇ 2 ਮੀਟਰ ਖੱਫਣ ਵੀ ਨਹੀਂ ਸੀ ਦਿੱਤਾ ਕਿਸੇ। ਇਹ ਪਛਤਾਵਾ ਆਉਂਦਾ ਏ। ਤਾਂ ਕਰਕੇ ਮਹਾਂਪੁਰਖ ਕਹਿੰਦੇ ਹੁੰਦੇ, ਇਹਨਾਂ ਦਿਨਾਂ ਦੇ ਵਿੱਚ ਸਿੰਘੋ ਜਿਹੜੇ ਪ੍ਰਚਾਰਕ ਵੀ ਨੇ ਉਹ ਵੀ ਵੱਧ ਤੋਂ ਵੱਧ ਬੰਦਗੀ ਕਰਨ, ਵੱਧ ਤੋਂ ਵੱਧ ਸਿਮਰਨ ਕਰਨ, ਕਿਉਂਕਿ ਉਹਨਾਂ ਦੀਆਂ ਦਿੱਤੀਆਂ ਗੱਡੀਆਂ ਜਹਾਜ਼ਾਂ 'ਚ ਝੂਟਦੇ ਆ ਤੇ ਉਹਨਾਂ ਨੇ ਪੁੱਛਣਾ ਜ਼ਰੂਰ ਆ। ਇੱਕ ਦਿਹਾੜੀਦਾਰ ਵਿਚਾਰਾ ਸਾਰਾ ਦਿਨ 300 ਰੁਪਈਏ ਤੇ ਆਪਾਂ ਲਿਜਾਈਦਾ ਤੇ ਚੰਮ ਲਾ ਦਿੰਦਾ, ਸ਼ਾਮਾਂ ਤੱਕ ਉਹਨੂੰ ਨਿੰਬੂ ਵਾਂਗੂ ਨਿਚੋੜ ਲਈਦਾ ਵੀ ਇਹਨੂੰ 300 ਰੁਪਈਆ ਦਿਹਾੜੀ ਦੇਣੀ। ਤੇ ਮਹਾਰਾਜ ਕਹਿੰਦੇ, ਮੇਰੇ ਪੁੱਤਾਂ ਦਾ ਜਸ ਗਾਉਣ ਵਾਲਿਓ, ਵੇਖਿਓ ਕਿਤੇ ਰੋਟੀ ਨਾ ਬਣਾ ਲਿਓ, ਕਿਰਤ ਨਾ ਬਣਾ ਲਿਓ, ਇਹਨੂੰ ਕੀਰਤ ਬਣਾਇਓ, ਕੀਰਤ। ਤੋ ਸਾਧ ਸੰਗਤ ਜੀ, ਮੈਂ ਇਸ ਪਾਸੇ ਵਾਪਸ ਆਵਾਂ, ਕਿਤੇ ਮੌਕਾ ਮਿਲੇ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਸੁਪੁੱਤਰ ਨੇ ਛੋਟੇ ਗੁਰੂ ਰਾਮਦਾਸ ਦੇ। ਇਸ ਅਰਦਲ ਦੇ ਉੱਤੇ ਬੜੇ ਵੱਡਿਆਂ ਨੇ ਸਿਰ ਝਗੜਿਆ, ਬੜਿਆਂ ਵੱਡਿਆਂ ਨੇ ਸਿਰ ਰਗੜਿਆ ਆਪਣਾ, ਔਰ ਕਹਿੰਦੇ ਝੁਕਣਾ ਹੀ ਪੈਂਦਾ। ਇੱਥੇ ਰਾਜੇ ਤੇ ਰਾਣਿਆਂ ਨੂੰ ਮਿਲਦਾ ਏ ਮਾਣ, ਇੱਥੇ ਨੀਵੇਂ ਨਿਤਾਣਿਆਂ ਨੂੰ ਨਾਗਾਂ ਦੀ ਆਤਮਾ ਨੂੰ ਆਉਂਦਾ ਏ ਸਰੂਰ, ਇੱਥੇ ਕਾਲਖ ਦਿਲਾਂ ਦੀ ਧੋਂਦਾ ਨਾਨਕ ਦਾ ਨੂਰ ਇੱਥੇ। ਧੰਨ ਮੇਰੇ ਪਾਤਸ਼ਾਹ ਕਹਿੰਦੇ, ਉਹਦੀ ਸਰਦਲ ਤੇ ਆਪਣਾ ਮੱਥਾ ਰੱਖਦੇ ਹੋਏ ਮਿੱਤਰਾ, ਤੇਰੇ ਮੱਥੇ ਦੇ ਅੰਦਰ ਜਿੰਨੀ ਵੀ ਟੈਨਸ਼ਨ ਚਿੰਤਾ ਏ ਸਾਰੀ ਦੀ ਸਾਰੀ ਗੁਰੂ ਸਾਹਿਬ ਰੱਖ ਲੈਣਗੇ। ਤੁਸੀਂ ਰੋਜ਼ ਆ ਕੇ ਇੱਥੇ ਮੱਥਾ ਟੇਕਦੇ ਹੋ, ਇਮਾਨਦਾਰੀ ਨਾਲ ਦੱਸਿਓ ਕਿੰਨਾ ਮਨ ਸਾਇਲੈਂਟ ਹੁੰਦਾ। ਕਈ ਵਾਰੀ ਬੰਦਾ ਇੰਨਾ ਕੁ ਪਰੇਸ਼ਾਨ ਡਿਪਰੈਸ਼ਨ ਦੇ ਵਿੱਚ ਜਾਣ ਨੂੰ ਫਿਰਦਾ ਏ, ਪਰ ਜਦੋਂ ਗੁਰੂ ਅਰਜਨ ਸਾਹਿਬ ਦੀ ਅਰਦਲ ਤੇ ਮੱਥਾ ਰੱਖਦਾ ਤੇ ਇਦਾਂ ਲੱਗਦਾ ਜਿਵੇਂ ਠੰਡ ਪੈ ਗਈ ਹੋਵੇ, ਸਕੂਨ ਜਿਹਾ ਮਿਲਦਾ ਏ। ਤੋ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਮੈਂ ਭੁਲਾਵਾ ਪੱਗ ਦਾ। ਫਰੀਦ ਸਾਹਿਬ ਜੀ ਨੇ ਬਚਨ ਕੀਤਾ, ਕਹਿੰਦੇ ਬੇਟਾ ਤੂੰ ਅੱਲਾ ਨੂੰ ਸਜਦਾ ਕਰਨ ਆਇਆ ਤੇ ਮੱਥਾ ਤੇ ਥੱਲੇ ਲੱਗਣ ਨਹੀਂ ਦਿੱਤਾ, ਛੇਤੀ ਉੱਠ ਪਿਆ। ਤੋ ਉਸ ਵੇਲੇ ਸਾਧ ਸੰਗਤ ਜੀ, ਬਾਬਾ ਫਰੀਦ ਸਾਹਿਬ ਨੂੰ ਉਹ ਨੌਜਵਾਨ ਕਹਿਣ ਲੱਗਾ, ਕਹਿੰਦਾ ਜੀ ਮੈਂ ਤਾਂ ਨਹੀਂ ਥੱਲੇ ਝੁਕਿਆ, ਮੇਰੀ ਪੱਗ ਚਿੱਟੀ ਹੈ ਤੇ ਦਾਗ ਲੱਗ ਜਾਣਾ, ਮੱਤ ਮੈਲੀ ਹੋ ਜਾਏ। ਤੋ ਬਾਬਾ ਫਰੀਦ ਸਾਹਿਬ ਜੀ ਉਸ ਵੇਲੇ ਮੁਸਕਰਾਏ ਤੇ ਸ਼ਲੋਕ ਉਚਾਰਤਾ, ਕਹਿੰਦੇ ਮੈਂ ਭੁਲਾਵਾ ਪੱਗ ਦਾ, ਮੱਤ ਮੈਲੀ ਹੋਏ ਜਾਏ। ਇਹਦੇ ਅਰਥ ਰੂਹਾਨੀਅਤ ਵਾਲੇ ਵੀ ਮੈਂ ਉੱਪਰਲੇ ਕੀਤੇ, ਕਿਉਂਕਿ ਵਿਦਵਾਨ ਜਨ ਸੁਣ ਰਹੇ ਆ। ਬਹੁਤ ਅਰਥ ਗੁਰਬਾਣੀ ਦੇ ਅਰਥ ਕੋਈ ਕਰ ਨਹੀਂ ਸਕਦਾ। ਇੱਥੇ ਇਹਦੇ ਅਰਥ ਇਹ ਵੀ ਨਿਕਲਦੇ ਆ ਵੀ ਭਾਵ ਜ਼ਿੰਦਗੀ ਦੀ ਪੱਗ ਜਿਹੜੀ ਆ ਨਾ, ਅਸੀਂ ਡਰਦੇ ਰਹਿੰਦੇ ਆ ਕਿ ਮੈਂ ਭਾਂਡੇ ਮਾਂਜ ਲੂੰਗਾ ਤੇ ਮੈਨੂੰ ਲੋਕੀ ਕਹਿਣਗੇ ਇਹ ਝੂਠ ਤੋਂ ਹੁੰਦਿਆ। ਮੈਂ ਸੰਗਤ ਦੇ ਜੋੜੇ ਘਰ 'ਚ ਜੋੜੇ ਸਾਫ਼ ਕਰੂੰ, ਮੈਨੂੰ ਲੋਕੀ ਕਹਿਣਗੇ ਇਹ ਜੁੱਤੀਆਂ ਵੀ ਸਾਫ਼ ਕਰਦਾ। ਮੈਂ ਕਿਸੇ ਦੇ ਟੋਕਰੀ ਚੁੱਕ ਕੇ ਕੂੜਾ ਸੁੱਟੂ ਗੁਰਦੁਆਰੇ, ਲੋਕੀ ਕਹਿਣਗੇ ਇਹ ਕੂੜਾ ਵੀ ਚੁੱਕ ਲੈਂਦਾ। ਅਸੀਂ ਇਸ ਗੱਲੋਂ ਵੀ ਡਰਦੇ। ਇਹਦੇ ਅਰਥ ਬਹੁਤ ਲੰਬੇਰੇ ਆ, ਪਰ ਮੈਂ ਸੂਖਮ ਕੀਤੇ। ਗੁਰੂ ਸਾਹਿਬ ਦੇ ਅਰਥ ਬਾਣੀ ਦੇ ਨਹੀਂ ਕੋਈ ਕਰ ਸਕਦਾ। ਇਹ ਅਗਾਧ ਬੋਧ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਬੇਟਾ ਮੱਥਾ ਟੇਕ। ਕਹਿੰਦੇ ਜੀ ਮੇਰੀ ਦਸਤਾਰ ਮੈਲੀ ਹੁੰਦੀ, ਮੈਂ ਤਾਂ ਥੋੜਾ ਜਿਹਾ ਸਿਰ ਝੁਕਾਇਆ। ਹੁਣ ਅੱਜ ਤੋਂ ਤੁਸੀਂ ਵੀ ਸੁਣ ਲਓ, ਆਪਾਂ ਪਿਆਰ ਵਾਲੇ। ਜਦੋਂ ਵੀ ਮੱਥਾ ਟੇਕਣਾ ਤੇ 2 ਮਿੰਟ ਆਪਣਾ ਮੱਥਾ ਥੱਲੇ ਲੱਗਾ ਰਹਿਣ ਦਿਆ ਕਰੋ। ਉਸੇ ਵਕਤ ਨਹੀਂ ਐ ਕਰਕੇ ਨਹੀਂ, ਸਕੂਨ ਲੈਣਾ ਹੈ, ਪ੍ਰੇਮ ਕਰਨਾ ਹੈ। ਰੂਹ ਨ ਜਾਣਈ ਸਿਰ ਭੀ ਮਿੱਟੀ ਖਾਏ। ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਤੇ ਅੱਲਾ ਦੇ ਅੱਗੇ ਸਿਰ ਹੀ ਨਹੀਂ ਝੁਕਾਇਆ ਚੰਗੀ ਤਰ੍ਹਾਂ ਵੀ ਕਿਤੇ ਮੇਰੀ ਪੱਗ ਨਾ ਮੈਲੀ ਹੋ ਜੇ। ਪਰ ਕਹਿੰਦੇ ਅੱਜ ਮੈਂ ਕਾਲ ਚਲਾਣਾ ਕੀਤਾ, ਮੈਨੂੰ 4 ਜਾਣਿਆਂ ਨੇ ਮੇਰਾ ਜਨਾਜ਼ਾ ਕਬਰਾਂ ਦੇ ਵਿੱਚ ਲੈ ਗਏ, ਉੱਥੇ ਟੋਆ ਪੁੱਟ ਕੇ। ਹੁਣ ਇੱਕ ਚੀਜ਼ ਹੋਰ ਨੋਟ ਕਰ ਲਿਓ, ਜਦੋਂ ਮੁਰਦੇ ਦੇ ਲਾਗੇ ਕਾਨਾ ਰੱਖਦੇ ਨਾ ਆਪਣੇ, ਉਹ ਬਿਲਕੁਲ ਮਨਮੱਤ ਹੈ, ਬਿਲਕੁਲ ਬਿਲਕੁਲ ਘੋਰ ਹੈ। ਕਿਉਂਕਿ ਸਿੱਖਾਂ ਨੂੰ ਇੱਕ ਨੂੰ ਪੁੱਛਿਆ ਕਾਨਾ ਕਿਉਂ ਰੱਖਿਆ, ਕਹਿੰਦੇ ਜੀ ਸ਼ੁਰੂ ਤੋਂ ਚੱਲਿਆ ਆਉਂਦਾ। ਉਹ ਕਾਨੇ ਦਾ ਕਾਰਨ ਇਹ ਸੀ, ਮੁਸਲਮਾਨ ਮੁਰਦੇ ਨੂੰ ਦਫਨਾਉਂਦੇ ਆ ਤੇ ਉਹਦੀ ਲਾਸ਼ ਦੇ ਬਰਾਬਰ ਕਾਨਾ ਵੱਢ ਕੇ ਤੇ ਉੱਡੀ ਕਬਰ ਪੁੱਟਦੇ ਸੀ ਉਹ, ਤੇ ਜਿਹਦੇ ਵਿੱਚ ਮੁਰਦਾ ਪੂਰਾ ਪੂਰਾ ਪੈ ਜੇ। ਆਹ ਸੀ ਇਹਦੀ ਗੱਲਬਾਤ। ਅਸੀਂ ਆਪਣੇ ਸਿੱਖਾਂ ਦੇ ਨਾਲ ਵੀ ਲੰਮੇ ਪਾਇਆ ਹੁੰਦਾ, ਆਖੋ ਸਤਨਾਮ। ਨਹੀਂ,
ਤੋ ਇਸ ਕਰਕੇ ਸਾਧ ਸੰਗਤ ਜੀ, ਬਾਬਾ ਫਰੀਦ ਸਾਹਿਬ ਕਹਿੰਦੇ ਮੇਰਾ ਜਨਾਜ਼ਾ ਨਿਕਲਣਾ ਏ। ਜਿਹੜਾ ਸਿਰ ਮੱਥਾ ਟੇਕਣ ਤੋਂ ਡਰਦਾ ਸੀ ਵੀ ਕਿਤੇ ਮਿੱਟੀ ਨਾ ਲੱਗ ਜੇ, ਹਾਲੇ ਅਗਲਿਆਂ ਨੇ 10 ਫੁੱਟ ਦਾ ਟੋਆ ਪੁੱਟ ਕੇ ਸਿਰ ਤੇ ਕੀ ਸਾਰਾ ਸਰੀਰ ਹੀ ਮਿੱਟੀ 'ਚ ਨੱਪ ਕਤਿਆ। ਗਹਿਲਾ ਰੂਹ ਨਾ ਜਾਣਈ, ਸਿਰ ਪੀ ਮਿੱਟੀ ਖਾਏ। ਕਹਿੰਦੇ ਪੱਗ ਮੈਲੀ ਹੋਣ ਤੋਂ ਡਰਦਾ ਫਿਰਦਾ ਸੀ, ਅੱਜ ਸਾਰਾ ਸਿਰ ਹੀ ਮਿੱਟੀ ਨੇ ਖਾ ਲਿਆ ਹੈ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਜਾ ਦੁੱਧ। ਬਾਬਾ ਫਰੀਦ ਸਾਹਿਬ ਦੀ ਮਾਂ ਅੰਮੀ ਮਰੀਅਮ, ਜਿਨ੍ਹਾਂ ਨੇ ਫਰੀਦ ਨੂੰ 6 ਸਾਲ ਦੇ ਨੂੰ ਨਮਾਜ਼ ਪੜ੍ਹਨ ਲਾਇਆ ਸ਼ੱਕਰ ਦਾ ਲਾਲਚ ਦੇ ਕੇ। ਆਪ ਜੀ ਨੇ ਸਾਖੀ ਸਾਰੀ ਸੁਣੀ ਤਕਰੀਬਨ ਕਿ ਉਹਨਾਂ ਦੀ ਅੰਮੀ ਨਮਾਜ਼ ਪੜ੍ਹਦੀ ਸੀ। ਅੱਜ ਸਾਡੀਆਂ ਮੰਮੀਆਂ ਤਾਂ ਟੀਵੀ ਵੇਖੀ ਜਾਂਦੀਆਂ, ਮੋਬਾਇਲ ਹੀ ਵੇਖੀ ਜਾਂਦੀਆਂ, ਇਹਨਾਂ ਨੂੰ ਤਾਂ ਨਾਟਕ ਹੀ ਸਮਝੇ। ਸ਼ਹੀਦੀ ਦਿਹਾੜਿਆਂ 'ਚ ਵੀ ਮਾਫ ਕਰ ਦਿਓ ਤਾਂ ਮੇਕਅਪ ਕਰਕੇ ਨੱਚੀ ਜਾਂਦੇ। ਅੱਜ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਆ, ਵੇਖਿਓ ਕਈ ਵਿਆਹ ਹੋਣੇ ਅੱਜ, ਤੇ ਵਿਆਹ ਦੇ ਉੱਤੇ ਬਰੂਦ ਹੀ ਭਰਿਆ, ਤੇ ਕੀ ਸਾਡੀ ਕੋਈ ਸਿੱਖੀ ਵੱਲ ਹੈ ਧਿਆਨ? ਅੱਜ ਵੱਡਿਆਂ ਦੀ 13 ਨੂੰ ਛੋਟਿਆਂ ਦੀ ਹੋਣੀ ਹੈ, ਤੇ ਵੇਖਿਓ ਕਿੱਦਾਂ ਆਲੂ ਵਾਂਗੂ ਮੂੰਹ ਛਿੱਲੇ ਹੋਣੇ। ਹੁਣ ਜੇ ਕਹੀਓ ਤੇ ਫਿਰ ਕਹਿੰਦੇ ਜੇ ਮਾੜਾ ਬੋਲਦੇ ਆ, ਤੇ ਫਿਰ ਪਿਆਰਿਓ ਤੁਹਾਡੇ ਬੱਚੇ ਨੂੰ ਟੀਕਾ ਲੱਗੇ ਤੇ ਬੰਦੇ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਹੌਲੀ ਲਾਇਓ, ਬੱਚਾ ਨਿਆਣਾ ਏ ਸੂਈ। ਉਹ ਕਹਿੰਦੇ ਤੁਸੀਂ ਬਾਹਰ ਹੋ ਜਾਓ, ਫਿਰ ਅਸੀਂ ਆਪੇ ਲਾ ਲਾਂਗੇ। ਤੇ ਸਾਧ ਸੰਗਤ ਜਿਹੜੀ ਬਰਛੀ ਬਾਬਾ ਜੁਝਾਰ ਸਿੰਘ ਦੇ ਢਿੱਡ 'ਚ ਮਾਰੀ ਸੀ, ਉਹਨਾਂ 2 ਗਿੱਠਾਂ ਅੰਦਰ ਗਈ। ਫਿਰ ਜਦੋਂ ਵਾਪਸ ਖਿੱਚੀ ਸੀ ਜ਼ੋਰ ਦੇ ਨਾਲ, ਤੇ ਆਂਦਰਾਂ ਬਾਹਰ ਆ ਗਈਆਂ। ਦਰਦ ਹੀ ਖਤਮ ਹੁੰਦਾ ਜਾਂਦਾ। ਪੂਰੇ ਸਾਲ 'ਚ 2 ਦਿਨ ਹੁੰਦੇ, ਇੱਕ 8 ਪੋਹ ਤੇ ਇੱਕ 13। ਇਹਨਾਂ ਦਿਨਾਂ ਦੇ ਵਿੱਚ ਪੰਛੀ ਪਰਿੰਦੇ ਵੀ ਰੋਂਦੇ ਆ, ਅਸਮਾਨ ਧਰਤੀ ਰੋਂਦੇ ਆ, ਪਰ ਸਾਨੂੰ ਪਤਾ ਨਹੀਂ ਕਿੰਨੇ ਆ ਪੁੱਠੇ ਬੰਨੇ ਲਾਤਾ, ਅਸੀਂ ਨੱਚਣ ਦੇ। ਹਾਲਾਂਕਿ ਇੱਕ ਪਿੰਡ 'ਚ 5-5 ਗੁਰਦੁਆਰੇ ਆ। ਇੱਕ ਤੇ ਹੋਵੇ ਨਾ ਵੀ ਗੁਰਦੁਆਰਾ ਕਿਤੇ 200 ਕਿਲੋਮੀਟਰ ਹੈ, ਤੇ ਚਲੋ ਨਹੀਂ ਪਤਾ ਸੀ, ਖਿਆਲ ਨਹੀਂ ਸੀ ਵੀ ਚਲੋ ਗੁਰਦੁਆਰੇ ਗਏ ਨਹੀਂ, ਪਤਾ ਨਹੀਂ ਲੱਗਾ। ਹੁਣ ਤੇ ਬੜੀ ਕਿਰਪਾ, ਹੁਣ ਤੇ 5-5 ਗੁਰਦੁਆਰੇ ਆ, ਤੇ 5 'ਚ ਗ੍ਰੰਥੀ ਸਾਹਿਬ ਦੱਸਦੇ ਆ ਰੋਜ਼ ਵੀ ਸ਼ਹੀਦੀ ਦਿਹਾੜੇ ਆ ਰਹੇ ਆ, ਆਪਾਂ ਮਨਾਉਣੇ, ਪਰ ਪਤਾ ਨਹੀਂ ਕਿੱਥੇ ਸੁਰਤ ਕਿਧਰ ਚਲੇਗੀ। ਇਹ ਗਰੰਟੀ ਹੈ। ਹਿੰਦੂ ਆਪਣੇ ਇਤਿਹਾਸ ਦੇ ਵਿੱਚ ਪੂਰੇ ਹੈ। ਉਹ ਜਦੋਂ ਵੀ ਉਹਨਾਂ ਦੇ ਉਹ ਵਾਧੇ ਘਾਟੇ ਵਾਤਰੀ ਵਰਤੋਂ ਸਾਰੇ ਨਿਭਾਉਂਦੇ ਆ। ਮੁਸਲਮਾਨ ਵੀ ਪੱਕੇ ਆਪਣੇ ਧਰਮ 'ਚੋਂ ਰੋਜੀ ਹੁੰਦੇ, ਜੋ ਵੀ ਉਹਨਾਂ ਦਾ ਉਹ ਪੂਰਾ ਨਿਭਾਉਂਦੇ ਆ। ਸਿੱਖਾਂ ਦਾ ਰੱਬ ਹੀ ਰੱਖਾ, ਇਹਨਾਂ ਨੂੰ ਕੋਈ ਚੇਤਾ ਨਹੀਂ ਰਹਿ ਗਿਆ। ਤੋ ਇਸ ਕਰਕੇ ਸਾਧ ਸੰਗਤ ਜੀ, ਬਾਬੇ ਫਰੀਦ ਦੀ ਅੰਮੀ ਨਮਾਜ਼ ਪੜ੍ਹ ਰਹੀ ਸੀ। ਜਿਹੜੀ ਮਾਂ ਗੁਰਬਾਣੀ ਪੜ੍ਹਦੀ ਹੈ, ਬੱਚਾ ਵੀ ਲੱਗ ਗਿਆ ਕਿ ਵੇਖਦਾ ਕਿ ਮੇਰੀ ਮਾਂ ਕੀ ਪੜ੍ਹਦੀ ਹੈ। ਤੇ ਕਹਿੰਦੇ ਉਸ ਵੇਲੇ ਬਾਬਾ ਫਰੀਦ ਸਾਹਿਬ ਕਹਿੰਦੇ ਅੰਮੀ ਤੁਸੀਂ ਰੋਜ਼ ਕੀ ਪੜ੍ਹਦੇ ਰਹਿੰਦੇ ਪੋਥੀ ਖੋਲ ਕੇ? ਕਹਿੰਦੀ ਮੈਂ ਸਦਕੇ ਜਾਵਾਂ। ਮੱਥਾ ਚੁੰਮਿਆ, 6 ਸਾਲ ਦਾ ਸੀ ਨਾ। ਕਹਿਣ ਲੱਗੇ ਫਰੀਦ ਤੂੰ ਕੀ ਲੈਣਾ ਹੈ? ਕਹਿੰਦੇ ਅੰਮੀ ਤੂੰ ਕੀ ਸਵੇਰੇ ਸਵੇਰੇ ਉੱਠ ਕੇ ਪੜ੍ਹਦੀ ਰਹਿੰਦੀ ਹੈ? ਕਹਿੰਦੇ ਬੇਟਾ ਮੈਂ ਨਮਾਜ਼ ਪੜ੍ਹਦੀ ਹਾਂ। ਕਹਿੰਦੇ ਅੰਮੀ ਇਹ ਨਮਾਜ਼ ਕੀ ਹੁੰਦੀ ਹੈ? ਕਹਿੰਦੇ ਬੇਟਾ ਖੁਦਾ ਦਾ ਸ਼ੁਕਰ ਕਰਨਾ। ਬੱਚਾ ਸੀ, ਕਹਿੰਦੇ ਖੁਦਾ ਕੀ ਹੁੰਦਾ? ਸਵਾਲ ਤੇ ਸਵਾਲ ਆ ਰਿਹਾ ਨਾ। ਪਹਿਲੋਂ ਕਹਿੰਦੇ ਨਮਾਜ਼ ਕੀ ਹੁੰਦੀ ਹੈ, ਬੱਚਾ ਸੀ। ਅੰਮੀ ਕਹਿੰਦੀ ਬੇਟਾ ਖੁਦਾ ਦਾ ਧੰਨਵਾਦ। ਜਿੱਦਾਂ ਆਪਾਂ ਨੂੰ ਕੋਈ ਸੂਟ ਦੇਵੇ ਆਪਾਂ ਕਹੀਦਾ ਥੈਂਕਸ, ਆਪਾਂ ਨੂੰ ਕੋਈ ਘੜੀ ਦੇਵੇ ਆਪਾਂ ਕਹੀਦਾ ਤੁਹਾਡਾ ਧੰਨਵਾਦ। ਤੇ ਕਹਿੰਦੇ ਬੇਟਾ ਜਿਹਨੇ ਸਰੀਰ ਦਿੱਤਾ, ਗੁਰਦੇ ਅੱਖਾਂ ਕੰਨ ਨੱਕ, ਉਹਨੂੰ ਖੁਦਾ ਕਹਿੰਦੇ ਆ, ਤੇ ਉਹਦਾ ਧੰਨਵਾਦ ਕਰੀਦਾ। 4 ਦਿਨ ਆਪਣੇ ਸਰੀਰ 'ਚ ਪੇਨ ਹੋਵੇ ਨਾ, ਤੇ ਕਦਰ ਆਉਂਦੀ ਵੀ ਵਾਕਿਆ ਹੀ ਇਹ ਬੜੀ ਕੀਮਤੀ ਚੀਜ਼ ਹੀ। ਕੰਨ ਹੀ ਪੀੜ ਹੋਵੇ 2 ਰਾਤਾਂ ਨੂੰ, ਤੇ ਬੰਦਾ ਏਦਾਂ ਫੜ ਕੇ ਬੈਠਾ ਰਹਿੰਦਾ, ਮਹਾਰਾਜ ਮੇਰਾ ਕੰਨ ਸਹੀ ਕਰ ਦੇ। ਉਹ ਚੇਤਾ ਕਰਾਉਂਦਾ ਮਹਾਰਾਜ ਵੀ ਇਹਦੀ ਵੈਲਿਊ ਵੇਖ ਕਿੰਨੀ ਤਕੜੀ ਹੈ। ਇੱਕ ਨਾੜ ਹੀ ਬਲੌਕ ਹੋ ਜੇ ਨਾ ਬਾਂਹ ਦੀ, ਦਰਦ ਪੈਂਦਾ ਸਾਰੇ, ਤੇ ਆਪਾਂ ਕਹਿੰਦਾ ਵੀ ਕਿਤੇ ਇਲਾਜ ਕਰਾਈਏ। ਤੇ ਉਹ ਕਹਿੰਦੇ ਬੇਟਾ ਖੁਦਾ ਦੀ ਨਿਆਮਤ ਦਾ ਸ਼ੁਕਰ ਕਰਨਾ, ਨਮਾਜ਼ ਪੜ੍ਹਨਾ। ਕਹਿੰਦੇ ਖੁਦਾ ਕੀ ਹੁੰਦਾ? ਹੱਸ ਪਈ ਮਰੀਅਮ, ਕਹਿੰਦੀ ਬੇਟਾ ਹੁਣ ਤੈਨੂੰ ਕਿਵੇਂ ਦੱਸਾਂ? ਫਿਰ ਉਹਨੂੰ ਸੌਖੇ ਤਰੀਕੇ ਨਾਲ ਦੱਸਿਆ। ਕਹਿੰਦੀ ਖੁਦਾ ਪਤਾ ਕੌਣ ਹੁੰਦਾ ਏ? ਫਰੀਦ ਕਹਿੰਦਾ ਅੰਮੀ ਦੱਸੋ। ਕਹਿੰਦੇ ਜੋ ਮੰਗੀ ਉਹ ਹੀ ਦੇ ਦਿੰਦਾ। ਕਹਿੰਦਾ ਜੇ ਮੈਂ ਮੰਗਾ ਮੈਨੂੰ ਵੀ ਦਊਗਾ। ਅਸਲ ਵਿੱਚ ਗੁਰਦੁਆਰੇ ਜੁੜਨ ਦਾ ਕਾਰਨ ਹੀ ਸਾਡੀਆਂ ਲੋੜਾਂ ਸੀ। ਗੁੱਸਾ ਨਾ ਬਣਾਇਓ। ਪਹਿਲੇ ਦਿਨ ਜਦੋਂ ਬੰਦਾ ਗੁਰਦੁਆਰੇ ਆਉਂਦਾ ਨਾ, ਮੈਂ ਵੀ ਤੁਸੀਂ,
ਉਹਦੇ ਆਉਣ ਦਾ ਕਾਰਨ ਹੀ ਉਹਦੀ ਲੋੜ ਬਣੀ ਸੀ ਕਿ ਕਿਸੇ ਨੇ ਉਹਨੇ ਆਖਿਆ ਵੀ ਮੇਰੇ ਬੱਚਾ ਨਹੀਂ ਹੁੰਦਾ, ਉਹ ਕਹਿੰਦੇ ਗੁਰਦੁਆਰੇ ਜਾਇਆ ਕਰ। ਲੋੜ ਕਰਕੇ ਪਹਿਲੇ ਦਿਨ ਆਏ ਸੀ। ਇਹ ਕਿਸੇ ਨੇ ਆਖਿਆ ਵੀ ਮਹਾਰਾਜ ਮੈਂ ਘਰ ਬਣਾਉਣਾ, ਤੇ ਕਹਿੰਦੇ ਗੁਰੂ ਘਰ ਜਾ, ਮਹਾਰਾਜ ਆਪੇ ਕਰਨਗੇ। ਕਿਸੇ ਨੇ ਆਖਿਆ ਮੈਂ ਬਾਹਰ ਜਾਣਾ, ਵੀਜ਼ਾ ਲਾਉਣਾ, ਕਹਿੰਦੇ ਗੁਰੂ ਘਰ ਜਾਇਆ ਕਰ ਸੰਗਤ। ਅਸਲ ਵਿੱਚ ਆਪਾਂ ਵੀ ਫਰੀਦ ਵਾਂਗੂ ਕਿਸੇ ਕਾਰਨ ਕਰਕੇ ਜੁੜੇ ਸੀ। ਉਹ ਕਾਰਨ ਫਿਰ ਜਦੋਂ ਸੰਗਤ ਵਿੱਚ ਆਉਣ ਲੱਗ ਪਏ ਉਹ ਭੁੱਲ ਗਿਆ। ਫਿਰ ਕਥਾ ਕੀਰਤਨ ਸੁਣਨ ਲੱਗ ਪਏ, ਫਿਰ ਹੋਰ ਪਤਾ ਲੱਗ ਗਿਆ ਵੀ ਇਹ ਤਾਂ ਗੱਲਬਾਤ ਹੀ ਕੋਈ ਹੋਰ ਹੈ, ਇਹ ਤਾਂ ਖਜ਼ਾਨਾ ਹੀ ਬੜਾ ਤਕੜਾ ਪਿਆ ਏ। ਇਸੇ ਤਰ੍ਹਾਂ ਬਾਬੇ ਫਰੀਦ ਨੂੰ ਸ਼ੱਕਰ ਦੇ ਲਾਲਚ ਨਾਲ ਲਾਇਆ ਸੀ, ਤੇ ਅੱਜ ਬਾਬਾ ਫਰੀਦ ਕਹਿੰਦਾ ਸ਼ੱਕਰ ਖੰਡ ਨਿਵਾਤ ਗੁੜ ਨਿਵਾਤ, ਕਹਿੰਦੇ ਮਿਸ਼ਰੀ ਨੂੰ, ਮਾਖਿਓ ਕਹਿੰਦੇ ਸ਼ਹਿਦ ਨੂੰ, ਮਾਝਾ ਦੁੱਧ, ਕਿੰਨੀਆਂ ਚੀਜ਼ਾਂ ਜੀ, 1 ਸ਼ੱਕਰ, 2 ਖੰਡ, ਮਿਸ਼ਰੀ 3, ਗੁੜ 4, ਸ਼ਹਿਦ 5 ਤੇ ਦੁੱਧ 6 ਚੀਜ਼ਾਂ ਫਰੀਦ ਨੇ ਗਿਣਾ ਦਿੱਤੀਆਂ। ਕਹਿੰਦੇ ਅੰਮੀ ਸੱਚ ਕਰੇ, ਤੂੰ ਭਲਾ ਹੋਵੇ ਤੇਰਾ, ਤੂੰ ਮੈਨੂੰ ਸ਼ੱਕਰ ਦੇ ਲਾਲਚ ਨੂੰ ਇਸ ਪਾਸੇ ਲਾਇਆ ਸੀ। ਸੰਗਤੇ ਲੱਗਾ ਮੈਂ ਵੀ ਗਰੀਬੀ, ਮੰਨ ਲਓ ਆਪਾਂ ਬੰਦਾ ਪਹਿਲਾਂ ਪਾਠੀ ਸਿੰਘ ਬਣਦਾ ਨਾ। ਅੱਜ ਇੱਕ ਹੋਰ ਗਲਤ ਫਹਿਮੀ ਹੈ, ਅਸੀਂ ਕਹਿੰਦੇ ਨਾ ਬੱਚਿਆਂ ਨੂੰ ਸੰਥਿਆ ਕਰਾਓ, ਕਹਿੰਦੇ ਬਾਬਾ ਜੀ ਆਪਾਂ ਕਿਹੜਾ ਗ੍ਰੰਥੀ ਬਣਾਉਣਾ। ਪਹਿਲਾ ਸਵਾਲ ਇਹ ਹੁੰਦਾ ਵੀ ਬੱਚਿਆਂ ਨੂੰ ਸੰਥਿਆ ਕਰਾਓ, ਕੀਰਤਨ ਸਿਖਾਓ। ਨਹੀਂ ਜੀ, ਆਪਣੀ ਜਾਇਦਾਦ ਖੁੱਲੀ, ਆਪਾਂ ਕਿਹੜਾ ਗ੍ਰੰਥੀ ਪੁਣਾ ਕਰਨਾ। ਨਹੀਂ ਸੱਜਣੋ, ਜ਼ਰੂਰੀ ਨਹੀਂ ਵੀ ਗ੍ਰੰਥੀ ਬਣ ਲਈ ਸੰਥਿਆ ਕਰਨੀ, ਜ਼ਿੰਦਗੀ 'ਚ ਖੁਸ਼ੀ ਆਊਗੀ। ਆਪਣੇ ਜੋਗਾ ਕੀਰਤਨ ਸਿੱਖੋ, 5-7 ਸ਼ਬਦ ਘਰੇ ਕਿਤੇ ਮੌਜ 'ਚ ਗਾਇਆ ਕਰੋ, ਕਿਤੇ ਬਾਣੀ ਪੜ੍ਹੋ, ਸਹਿਜ ਪੜ੍ਹ। ਜ਼ਰੂਰੀ ਨਹੀਂ ਵੀ ਹੁਣ ਇਹੋ ਹੀ ਚੀਜ਼ ਹੈ ਵੀ ਜਿਹਨੇ ਪਾਠ ਕਰਨੇ ਉਹੋ ਹੀ ਪਾਠੀ ਸਿੱਖੇ, ਜਿਹਨੇ ਗਾਉਣਾ ਢਾਡੀ ਕਲਾ ਉਹੋ ਹੀ ਸਿੱਖੇ ਢਾਡ। ਨਹੀਂ ਸਰੰਗੀ, ਇਹ ਇਸ਼ਕ ਸੀ ਸਾਡਾ। ਤੇ ਉਸ ਵੇਲੇ ਸਾਧ ਸੰਗਤ ਜੀ ਇਸ ਇਸ਼ਕ ਨੂੰ ਅੱਜ ਆਪਾਂ ਭੁੱਲ ਗਏ ਸੀ। ਰੋਟੀ ਬਣਾ ਲਈ ਬਸ, ਵੀ ਉਹਨੇ 1-2 ਸ਼ਬਦ ਕੱਢ ਲਓ, ਪ੍ਰੋਗਰਾਮ ਲਾ ਲਏ ਤੇ ਖਾ ਲਿਆ ਤੇ ਸੌਂ ਲਿਆ। ਨਾ, ਅਸਲ 'ਚ ਮਹਾਰਾਜ ਦਾ ਕੋਈ ਹੋਰ ਸੁਪਨਾ ਸੀ ਵੀ ਤੂੰ ਆਪਣੇ ਲੱਕੜ ਦਾ ਕੰਮ ਕਰ, ਖੇਤੀ ਦਾ ਕੰਮ ਕਰ, ਬਿਜਲੀ ਦਾ ਕੰਮ ਕਰ, ਮਕੈਨਿਕ ਦਾ ਕੰਮ ਕਰ, ਸਵੇਰੇ ਵੀ ਆਪ ਕੀਰਤਨ ਕਰੀ ਜਾਣ ਲੱਗਾ ਤੇ ਸ਼ਾਮਾਂ ਨੂੰ ਵੀ ਆਪ ਕਰੀ। ਇਹ ਮਿਸ਼ਨ ਸੀ ਗੁਰੂ ਨਾਨਕ ਦਾ। ਘਰ ਘਰ ਬਾਬਾ ਗਾਵੀਐ, ਵਜਨ ਤਾਲ ਮਿਰਦੰਗਰ ਬਾਬਾ। ਤੇ ਅੱਜ ਇਹਨੂੰ ਉਲਟੀ ਹੋ ਗਿਆ। ਅੱਜ ਆਪਾਂ ਕਹੀਦਾ ਵੀ ਲੈ ਅਸੀਂ ਕਾਹਤੋਂ ਕੀਰਤਨ, ਅਸੀਂ ਕਿਹੜਾ ਮੁੰਡੇ ਤੋਂ ਪ੍ਰੋਗਰਾਮ ਲਵਾਉਣੇ। ਨਹੀਂ ਬਾਬਾ ਕਹਿੰਦਾ ਸੀ ਭਲਿਓ, ਜਦੋਂ ਬੰਦਾ ਥੱਕਿਆ ਟੁੱਟਿਆ ਆਵੇ ਨਾ ਤੇ ਉਹਦਾ ਜੀਵਨ ਸਾਥੀ ਸਿਰ ਤੇ ਹੱਥ ਰੱਖ ਕੇ ਜਲ ਪਾਣੀ ਛਕਾ ਕੇ ਕਵੇ ਜੀ ਨੱਪਦਾ, ਉਹਨੂੰ ਸਕੂਨ ਮਿਲਦਾ। ਸਰੀਰ ਨੂੰ ਸਕੂਨ ਮਿਲਦਾ। ਕਹਿੰਦੇ ਜਦੋਂ ਸਿੱਖ ਆ ਕੇ ਸ਼ਾਮਾਂ ਨੂੰ ਰਹਿ ਰਸ ਪੜ੍ਹਦਾ ਨਾ, ਉਹਦੀ ਆਤਮਾ ਨੂੰ ਸਕੂਨ ਮਿਲਦਾ। ਹੁਣ ਅੱਜ ਸਰੀਰ ਦੀ ਮਾਲਸ਼ ਕਰਾਉਣ ਵਾਲੇ ਬਹੁਤ ਨੇ, ਜਿਨ੍ਹਾਂ ਨੌਕਰ ਰੱਖੇ ਹੋਏ ਆ, 2-2 ਵਾਰੀ ਸਿਰ 'ਚ ਦਿਹਾੜੀ ਦਾ ਤੇਲ, ਵੱਡੇ ਲੋਕ ਆਪਣੇ ਸਰੀਰ ਦੀ, ਪਰ ਉਹਨਾਂ ਦੀ ਰੂਹ ਤੜਫਦੀ ਆ। ਨਾ ਰਾਤ ਸੁਪਨਿਆਂ 'ਚ ਟਿਕਦੀ, ਨਾ ਦਿਨੇ। ਹੁਣ ਕਈ ਬੰਦਿਆਂ ਦੇ ਸਰੀਰ ਨਹਾਤਿਆਂ ਵੀ 4-4 ਦਿਨ ਲੰਘ ਜਾਂਦੇ, ਪਰ ਉਹਨਾਂ ਦੇ ਕੋਲ ਸਿਮਰਨ ਹੈ, ਉਹਨਾਂ ਦੀ ਰੂਹ ਠੰਡੀ ਹੋਈ ਪਈ ਹੈ। ਇਹ ਰੂਹ ਦੀ ਖੁਰਾਕ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਨਾ, ਇਹ ਰੂਹਾਨੀਅਤ ਨੂੰ ਸਕੂਨ ਦਿੰਦੀ ਹੈ। ਵੀ ਹੁਣ ਅੱਗੇ ਬਾਬਾ ਜੀ ਨੇ ਸਕੂਨ ਦੀ ਵੀ ਗੱਲ ਕਰ ਦੇਣੀ। ਹੁਣ ਕਹਿੰਦੇ ਮਾਂ ਅੱਜ ਤੇ ਇੰਨਾ ਰਸ ਆਇਆ ਵੀ ਆ ਖਾਣਾ ਪੀਣਾ ਸਾਰਾ ਹੀ ਭੁੱਲ ਗਿਆ। ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਨ ਤੁਧ। ਕਹਿੰਦੇ ਮਾਂ ਅਸਲ ਵਿੱਚ ਦੁਨੀਆ ਨੂੰ ਪਤਾ ਹੀ ਨਹੀਂ। ਅਸੀਂ ਪਹਿਲਾਂ ਹੀ ਜਦੋਂ ਭੋਗ ਪੈਂਦਾ ਬਾਹਰ ਪਕੌੜੇ ਲਾਏ ਹੁੰਦੇ, ਆਖੀਦਾ ਵਾਹਿਗੁਰੂ ਚਾਹ ਛਕ ਕੇ ਜਾਇਓ। ਤੇ ਕਈ ਤੇ ਉਸ ਚਾਹ ਛਕਦੀ ਉੱਥੇ ਹੀ ਬਹਿ ਜਾਂਦੇ ਕੁਰਸੀ ਤੇ, ਉਹ ਨਹੀਂ ਅੰਦਰ ਜਾਂਦੇ। ਪਰ ਨਹੀਂ, ਅਸਲ ਵਿੱਚ ਜਿਨ੍ਹਾਂ ਨੂੰ ਪਤਾ ਲੱਗ ਗਿਆ ਉਹ ਕਹਿੰਦੇ ਨਹੀਂ ਵਾਹਿਗੁਰੂ ਛਕਿਆ ਜਲ ਪਾਣੀ, ਤੁਸੀਂ ਪਾਸੇ ਹੋ ਜਾਓ, ਸਾਨੂੰ ਅੱਗੇ ਲੰਘਣ ਦਿਓ, ਭੋਗ ਦੇ ਸ਼ਲੋਕ ਸੁਣਨੇ ਆ ਜਾ ਕੇ। ਕੀਰਤਨ ਸੁਣਨਾ, ਚਾਹ ਚੂਹ ਤੇ ਪੀਂਦੇ ਰਹੀਦਾ। ਤੇ ਕਈ ਬੰਦੇ ਹੁੰਦੇ ਉਹ ਚਾਹ ਦਾ ਬਹਾਨਾ ਲਾ ਕੇ ਨਿਕਲ ਜਾਂਦੇ ਅੰਦਰੋਂ। ਇੱਥੇ ਬਾਬਾ ਫਰੀਦ ਸਾਹਿਬ ਨੇ ਅੱਜ ਕਮਾਲ ਕਰਤਾ। ਸਾਈਂ ਜੀ ਕਹਿੰਦੇ ਅਸਲ 'ਚ ਸਾਨੂੰ ਪਤਾ ਹੀ ਨਹੀਂ। ਅਸੀਂ ਪਕੌੜੇ ਅੱਜ ਖਾਧੇ, ਕੱਲ ਨੂੰ ਫੇਰ, ਪਰਸੋਂ ਫੇਰ ਚੌਥ, ਅੱਜ ਕੌਫੀ, ਕੱਲ ਨੂੰ। ਇਹਨਾਂ ਚੀਜ਼ਾਂ ਨਾਲ ਰਸ ਨਹੀਂ ਆਉਣਾ। ਇਹਨਾਂ ਨੂੰ ਹੁਣੇ ਖਾਧਾ, ਘੰਟੇ ਬਾਅਦ ਨੀਤ ਮਾੜੀ। ਕਹਿੰਦੇ ਜਿਹਨੇ ਇੱਕ ਵਾਰੀ ਗੁਰਬਾਣੀ ਕਥਾ ਕੀਰਤਨ ਦਾ ਰਸ ਲੈ ਲਿਆ, ਮੁੜ ਕੇ ਰੱਜ ਜਾਂਦਾ ਹੀ, ਉਹਨੂੰ ਲੋੜ ਹੀ ਨਹੀਂ ਪੈਂਦੀ। ਅੱਜ ਵੀ ਬਾਬਾ ਜਗਜੀਤ ਸਿੰਘ ਜੀ ਅਰਖੋਵਾਲ ਵਾਲੇ ਮਹਾਂਪੁਰਖ ਇੱਕ ਪ੍ਰਸ਼ਾਦਾ 24 ਘੰਟਿਆਂ 'ਚ। ਹੋਰ ਮਹਾਂਪੁਰਖ ਹੈ ਬਾਬਾ ਬੁਲੰਦਪੁਰੀ ਸਾਹਿਬ ਵਾਲੇ ਸਾਧੂ, ਬਾਬਾ ਅਤਰ ਸਿੰਘ ਵਰਗੇ, ਬਾਬਾ ਨਾਨਕ ਸਿੰਘ ਵਰਗੇ। ਕਿਉਂ ਉਹਨਾਂ ਦਾ ਡੰਕਾ ਵੱਜਦਾ? ਕਿਉਂਕਿ ਜਿਹਨੂੰ ਰਸ ਆਉਂਦਾ ਉਹ ਫਿਰ ਦੁਨੀਆ ਦੇ ਪਦਾਰਥ ਛੱਡ ਜਾਂਦਾ। ਦੁਨੀਆ ਦੇ ਪਦਾਰਥ ਉਹ ਹੀ ਛਕੂ ਜਿਹੜਾ ਆਪਣੇ ਵਰਗਾ ਜੇ ਜਿਹਦੀ ਰੂਹ ਭੁੱਖੀ ਹੈ।
ਤੂੰ ਰਜਨਾ ਨਹੀਂ। ਬਾਬਾ ਫਰੀਦ ਸਾਹਿਬ ਕਹਿੰਦੇ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਅਸਲ ਦੇ ਵਿੱਚ ਰੱਬ ਦੀ ਬੰਦਗੀ 'ਚ ਇੰਨਾ ਕੁ ਰਸ ਹੈ, ਜਿਹੜਾ ਕਰਨ ਲੱਗ ਪੈਂਦਾ ਉਹ ਤੇ ਫਿਰ 2 ਬੁਰਕੀਆਂ ਹੀ ਛਕਦਾ। ਤੇ ਆਮ ਹੀ ਤੁਸੀਂ ਵੇਖਿਓ ਜਿਹੜੇ ਬੰਦਗੀ ਵਾਲੀਆਂ ਰੂਹਾਂ ਹੋਣਗੀਆਂ ਕਾਨੇ ਵਰਗੇ ਹੁੰਦੇ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਦਾ ਸਰੀਰ ਵੇਖਿਆ ਤੁਸੀਂ? ਕਾਨੇ ਵਰਗਾ ਸੀ। ਅੱਜ ਵੀ ਜਿੰਨੇ ਸਿੰਘ ਬੰਦਗੀ ਵਾਲੇ ਆ ਨਾ, ਉਹਨਾਂ ਦਾ ਸਰੀਰ, ਕਿਉਂਕਿ ਉਹਨਾਂ ਨੂੰ ਦੁਨੀਆ ਦੇ ਪਦਾਰਥ ਨਹੀਂ ਚੰਗੇ ਲੱਗਦੇ। ਆਪਣੇ ਵਰਗੇ ਤਾਂ ਘੁੱਟ ਘੁੱਟ ਕੇ, ਮੈਂ ਤੇ ਆਪ ਬੈਠਾ, ਜਿੱਪ ਨਹੀਂ ਲੱਗਦੀ ਸਵੇਰੇ, ਆਖੋ ਸਤਨਾਮ। ਆ ਟੈਂਕੀ ਇੰਨੀ ਕੁ ਵਧੀ ਪਈ ਹੈ ਕਿਉਂਕਿ ਦੁਨਿਆਵੀ ਚੀਜ਼ਾਂ ਦਾ ਰਸ ਰੱਖਦੀ ਹੈ ਨਾ ਅਜੇ। ਜਦੋਂ ਅੰਦਰੋਂ ਰਸ ਆਇਆ, ਫਿਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਦਣ ਅਸਲੀ ਰਸ ਆਉਣਾ, ਜਿੱਦਣ ਪਾਣੀ ਦਾ ਗਲਾਸ ਵੀ ਸਤਿਨਾਮ ਵਾਹਿਗੁਰੂ ਕਹਿ ਕੇ ਛਕਿਆ ਤੇ ਅੰਦਰ ਜਾ ਕੇ ਆਨੰਦ ਆਇਆ। ਹਾਂਜੀ। ਰੋਟੀ ਮੇਰੀ ਕਾਟ ਕੀ, ਲਾਵਣ ਮੇਰੀ ਭੁੱਖ। ਅੱਜ ਮੈਨੂੰ ਜਵਾਬ ਆਇਆ, ਮੇਰੇ ਤੋਂ ਇੱਕ ਵਾਰੀ ਜਵਾਬ ਨਹੀਂ ਦੇ ਹੋਇਆ। ਕਿਸੇ ਸਿੰਘ ਨੇ ਸਵਾਲ ਪੁੱਛਿਆ, ਮੈਂ ਕਥਾ ਕੀਤੀ ਕਿ ਬਾਬਾ ਸ਼੍ਰੀ ਚੰਦ ਜੀ 6-7 ਮਹੀਨੇ ਲਗਾਤਾਰ ਚੌਂਕੜਾ ਮਾਰਦੇ ਸੀ ਧੂਏ ਤੇ ਇੱਕ ਸਿੰਘ ਕਹਿੰਦਾ ਬਾਬਾ ਜੀ ਇੱਕ ਸਵਾਲ ਹੈ, ਕੁਐਸਚਨ ਹੈ ਕਿ 6 ਮਹੀਨੇ ਬਾਬਾ ਜੀ ਨਾ ਖਾਂਦੇ ਨਾ ਪੀਂਦੇ ਤੇ ਉਹਨਾਂ ਦਾ ਗੁਜ਼ਾਰਾ ਕਿੱਦਾਂ ਹੁੰਦਾ? ਮੰਨ ਲਓ 6 ਮਹੀਨੇ ਏਦਾਂ ਹੀ ਬੈਠੇ ਰਹਿਣਾ, ਉਹ ਜੀਂਦੇ ਕਿੱਦਾਂ ਸੀ? ਅੱਜ ਬਾਬੇ ਫਰੀਦ ਨੇ ਉਹ ਵੀ ਦੱਸਦਾ। ਅਸਲ ਦੇ ਵਿੱਚ ਜਦੋਂ ਬੰਦਗੀ ਕਰਦੇ ਆ ਤੇ ਇੱਕ એનર્ਜੀ ਅੰਦਰੋਂ ਪੈਦਾ ਹੁੰਦੀ ਨਾਭੀ ਦੇ ਵਿੱਚੋਂ। ਉਹ એનર્ਜੀ ਉਹਨਾਂ ਨੂੰ, ਇੱਕ ਬਾਬਾ ਬੀਰਮਦਾਸ ਜੀ ਹੋਏ ਬਦੌਸ਼ੀ ਵਾਲੇ ਮਹਾਂਪੁਰਖ, ਪਟਿਆਲੇ ਲਾਗੇ, 13 ਸਾਲ ਜੰਗਲ ਝਿੜੀ ਦੇ ਵਿੱਚ ਬੈਠੇ ਰਹੇ। 13 ਸਾਲ। 13 ਸਾਲਾਂ ਬਾਅਦ ਉਹਨਾਂ ਦੇ ਸਰੀਰ ਤੇ ਸੱਪਾਂ ਨੇ ਬਰਮੀਆਂ ਬਣਾ ਦਿੱਤੀਆਂ। 13 ਸਾਲਾਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋਏ, ਸੁਪਨ ਦਰਸ਼ਨ। ਕਿਤੇ ਫੇਰ ਸਹੀ ਤੇ ਮਹਾਰਾਜ ਦੇ ਸੁਪਨ ਦਰਸ਼ਨ ਹੋਏ ਵੀ ਬਸ ਕਰ ਬੀਰਮਦਾਸ, ਹੁਣ ਸੰਪੂਰਨ ਹੋ ਗਿਆ ਤਾਪ। ਤੇ ਉਹਨਾਂ ਨੂੰ ਬੀਰਮੀ ਵਾਲੇ, ਬਾਬਾ ਰਤਨਦਾਸ ਸੀ ਉਹਨਾਂ ਦਾ ਨਾਂ, ਤੇ ਫਿਰ ਬੀਰਮਦਾਸ ਪੈ ਗਿਆ। ਬੀਰਮੀ ਵਾਲੇ ਮਹਾਂਪੁਰਖ ਬੰਦਗੀ 'ਚ ਇੰਨਾ ਜੁੜ ਗਏ ਵੀ ਸੱਪਾਂ ਨੇ ਘਰ ਬਣਾ ਲਿਆ ਸੀ ਉੱਤੇ। ਤੇ ਸੱਪ ਜਿਹੜਾ ਇਹ ਸਭ ਤੋਂ ਵੱਧ ਚੰਦਨ ਨੂੰ ਗਲਵੱਕੜੀ ਪਾਉਂਦਾ। ਕਿਉਂਕਿ ਇਹਦੇ ਅੰਦਰ ਜ਼ਹਿਰ ਹੈ। ਜਦੋਂ ਚੰਦਨ ਨੂੰ ਏਦਾਂ ਕਰਦਾ ਹੈ ਤੇ ਉਹਨੂੰ ਠੰਡ ਪੈਂਦੀ ਹੈ। ਜਦੋਂ ਬੰਦਗੀ ਵਾਲਾ ਮਹਾਂਪੁਰਖ ਬੰਦਗੀ ਕਰਦਾ ਹੈ ਨਾ, ਉਹ ਤਾਂ ਉਹਨਾਂ ਨੇ ਬਣਾਈ ਸੀ ਬੀਰਮੀ, ਵੀ ਉਹ ਸਾਰੇ ਸੱਪ ਉਹਦੇ ਕੋਲ ਤਾਂ ਆਉਂਦੇ ਸੀ, ਉਹਨਾਂ ਨੂੰ ਸਕੂਨ ਮਿਲਦਾ ਸੀ। ਸੁਖਮਨੀ ਸਾਹਿਬ ਮਾਰੇ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼। ਤੇ ਕਈ ਸੰਗਤ ਕਹਿੰਦੀ ਬਾਬਾ ਜੀ ਧੰਦੇ ਹੈ, ਨਹੀਂ ਤੇ ਜੀ ਕਰਦਾ ਬੈਠੇ ਰਹੀਏ ਗੁਰੂ ਕੋਲ, ਜਾਈਏ ਹੀ ਨਾ ਘਰ ਨੂੰ। ਏਦਾਂ ਹੀ ਹੁੰਦਾ ਨਾ, ਕਿਉਂਕਿ ਇੱਥੇ ਸਕੂਨ ਮਿਲਦਾ ਆ ਕੇ, ਇਸ ਸ਼ਾਂਤੀ ਦਾ ਸੋਮਾ ਏ। ਤੋ ਇਸ ਕਰਕੇ ਮਾਰੇ ਸੱਚੇ ਪਾਤਸ਼ਾਹ ਬਾਬਾ ਫਰੀਦ ਸਾਹਿਬ ਕਹਿੰਦੇ ਹੁਣ ਤੇ ਰੋਟੀ ਮੇਰੀ ਕਾਠ ਕੀ। ਹੁਣ ਤੇ ਆ ਲੱਕੜ ਦੀ ਰੋਟੀ ਹੈ, ਭਾਵ ਇੱਥੇ ਉਹ ਲੱਕੜ ਨਹੀਂ, ਭਾਵ ਉਹਨਾਂ ਦੀ ਕਹਿਣ ਦਾ ਵੀ ਰੁੱਖੀ ਮਿੱਸੀ ਜੌਆਂ ਦੀ ਰੋਟੀ ਜੇ ਬਹੀ ਪਈ ਹੈ ਤੇ ਬੁਰਕੀ ਇੱਕ ਮੂੰਹ 'ਚ ਪਾ ਕੇ ਪਾਣੀ ਪੀ ਲੈਣਾ, ਵੀ ਦੁਨਿਆਵੀ ਭੁੱਖ ਖਤਮ ਹੋ ਗਈ। ਤੇ ਆਪਾਂ ਨੂੰ ਦੁਨਿਆਵੀ ਭੁੱਖ ਨੇ ਲੈ ਬਹਿਣਾ। ਜਿੰਨੀਆਂ ਵੀ ਬਿਮਾਰੀਆਂ 'ਚ ਲੱਗਣ ਦੀਆਂ ਦੁਨਿਆਵੀ ਭੁੱਖ ਤੋਂ ਹੈ, ਕਿਉਂਕਿ ਜਿਹੜੇ ਪਕੌੜੇ ਖਾਣੇ ਚਾਹ ਨਾ ਰਿਫਾਇੰਡ ਸਭ ਤੋਂ ਡੁਪਲੀਕੇਟ, ਤੇ ਆਪਾਂ ਦਗੜ ਦਗੜ ਕਰਕੇ ਤੇ ਫਿਰ ਉਹ ਨਾੜਾਂ ਬਲੌਕ ਕਰਦਾ, ਦਵਾਈਆਂ ਤਾਂ ਹੀ ਖਾਂਦੇ ਆ, ਅਸਲ 'ਚ ਗੁਰਬਾਣੀ ਨੂੰ ਸਮਝ ਨਹੀਂ ਸਕੇ। ਉਧਰ ਬਾਬੇ ਫਰੀਦ ਦੇ ਸਲੋਕ ਚੱਲਦੇ ਹੁੰਦੇ ਤੇ ਉਧਰ ਆਪਣਾ ਚਮਚਾ ਚੱਲਦਾ ਹੁੰਦਾ ਬੇਲ ਚਾਹ ਕੋ ਸਤਨਾਮ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਕਹਿੰਦੇ ਪ੍ਰੇਮ ਦੇ ਨਾਲ ਸਾਦਾ ਖਾਣਾ ਛਕ। ਜਿਨਾ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ। ਤੋ ਇਸ ਕਰਕੇ ਇਹਦੇ ਅਰਥ ਰੂਹਾਨੀਅਤ ਵਿੱਚ ਤੇ ਉੱਪਰੋਂ ਵੀ ਹੈ। ਮਾਰੇ ਕਹਿੰਦੇ ਜਿਆਦੀਆਂ ਚੋਪੜੀਆਂ ਚੋਖੀਆਂ ਖਾਣਾ ਦੁਖੀ ਹੋਵੇਗਾ। ਇਹਦੇ ਅੰਦਰੂਨੀ ਅਰਥ ਹੈ ਚੋਪੜੀ ਦੇ ਵੀ ਕਿਸੇ ਵੱਲ ਵੇਖ ਕੇ 2 ਨੰਬਰ ਦਾ ਧੰਦਾ ਨਾ ਕਰਨ ਲੱਗ ਪਈ। 2 ਨੰਬਰ ਦੇ ਧੰਦੇ ਦੇ ਪ੍ਰਸ਼ਾਦੇ ਜਿਹੜੇ ਚੋਪੜੇ ਆ, ਇਹਨਾਂ ਤੈਨੂੰ ਦੁਖੀ ਕਰ ਦੇਣਾ ਹੀ। ਇਸ ਕਰਕੇ ਆਪਣਾ ਰਕਸ਼ਾ ਚਲਾ ਕੇ ਤੇ ਭਾਵੇਂ ਸ਼ਾਮਾਂ ਨੂੰ ਲੂਣ ਪਾ ਕੇ ਰੋਟੀ ਤੇ ਕਿਰਤ ਦੀ ਰੋਟੀ ਨੂੰ ਖਾ, ਉਹਦੇ ਨਾਲ ਸਕੂਨ ਆਵੇਗਾ। ਕਿ ਸੁਖੀ ਖਾਏ ਕੈ ਠੰਡਾ ਪਾਣੀ ਪੀਓ। ਕਹਿੰਦੇ ਬਸ ਆਪਣਾ ਸਾਦਾ ਪ੍ਰਸ਼ਾਦਾ ਰੱਖ, ਆਪਣੀ ਕਿਰਤ ਦਾ, ਆਪਣੀ ਮਿਹਨਤ ਦਾ, ਤੇ ਉੱਪਰੋਂ ਜਲ ਛਕਿਆ ਕਰ ਤੇ ਆਖਿਆ ਕਰ ਵਾਹਿਗੁਰੂ ਸਤਨਾਮ ਵਾਹਿਗੁਰੂ। ਵਰਿਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜਿਉ। ਬਾਬਾ ਫਰੀਦ ਸਾਹਿਬ ਕਹਿੰਦੇ ਪਰਾਈ ਚੋਪੜੀ ਵੇਖ ਕੇ ਤਰਸਿਆ ਨਾ ਕਰ। ਇੱਥੇ ਰੋਟੀ ਦੀ ਗੱਲ ਨਹੀਂ ਕੀਤੀ। ਪਹਿਲਾਂ ਛੋਟੇ ਹੁੰਦੇ ਕਹਿਣਾ ਵੀ
ਜਿਹੜੀਆਂ ਚੋਪੜ ਕੇ ਲਿਆਉਂਦੇ ਆ ਤੇ ਉਹਨਾਂ ਵੱਲ ਵੇਖ ਕੇ ਨਹੀਂ। ਇੱਥੇ ਪਰਾਈ ਚੋਪੜੀ ਦਾ ਭਾਵ ਹੈ ਵੀ ਤੇਰਾ 2 ਕਮਰੇ ਆ ਤੇ ਕਿਸੇ ਦੀ ਕੋਠੀ ਵੇਖ ਕੇ ਨਾ ਤਰਸੀ ਨਾ। ਕਈ ਵਾਰ ਤਰਸ ਜਾਈਦਾ ਜੀ, ਬੰਦਾ ਵੇਖ ਕੇ ਕਹਿੰਦਾ ਆਪਣੀ ਤਾਂ ਨਹੀਂ ਪੈਂਦੀ ਐ ਇਸ ਜਨਮ 'ਚ, ਜਾਂ ਕਿਸੇ ਕੋ ਵੱਡੀ ਗੱਡੀ ਹੋਊ ਉਹਦੇ ਵੱਲ ਵੇਖ ਕੇ ਬੰਦਾ ਕਹਿੰਦਾ ਕਿੰਨੇ ਦੀ ਭਾਈ, ਕਹਿੰਦਾ 45 ਕੁ ਲੱਖ ਹੈਗੀ ਆ, ਬੰਦਾ ਕਹਿੰਦਾ ਆਪਾਂ ਤਾਂ ਨਹੀਂ ਲੈਂਦੇ। ਇਹ ਪਰਾਈ ਚੋਪੜੀ ਆ। ਦੂਜਾ ਹੁੰਦਾ ਹੈ ਕਈ ਵਾਰੀ ਮੰਨ ਲਓ ਆਪਣਾ ਜੀਵਨ ਸਾਥੀ ਜਿਹੜਾ ਹੁੰਦਾ ਥੋੜਾ ਜਿਹਾ ਕਾਲਾ ਪੀਲਾ ਜਿਹਾ ਗਰੀਬ, ਤੇ ਕਿਸੇ ਦਾ ਜੀਵਨ ਸਾਥੀ ਸੁਨੱਖਾ ਹੋਵੇ ਰੱਜ ਕੇ, ਇਹ ਸੱਚ ਹੈ ਅਰਥ ਬਾਣੀ ਦੇ, ਤੇ ਆਪਾਂ ਉਹਦੇ ਵੱਲ ਵੇਖ ਕੇ ਹੌਕਾ ਲਈਦਾ, ਵਾਹ ਕਿੰਨਾ ਇਹਨੇ ਕਰਮ ਕੀਤੇ, ਕਿੰਨਾ ਸੋਹਣਾ ਜੀਵਨ ਸਾਥੀ ਮਿਲਿਆ। ਸਾਡੇ ਪੱਲੇ ਤੇ ਲੜਾਈ ਵਾਲੇ ਹੀ ਪੈ ਗਏ, ਆ ਜਾਂਦਾ। ਨਿੱਜੀ ਜ਼ਿੰਦਗੀ ਹੈ। ਤੇ ਇਹਨੂੰ ਚੋਪੜੀ ਕਿਹਾ ਬਾਬੇ ਫਰੀਦ ਨੇ, ਵੀ ਜੋ ਵੀ ਤੈਨੂੰ ਮਿਲਿਆ ਨਾ, ਘਰ ਬੱਚੇ ਪਰਿਵਾਰ ਰੋਟੀ ਕੰਮ 7 ਵਚਨ ਕਹਿ ਕੇ ਕਰੀ ਜਾ। ਹੁਣ ਜਿਹੜਾ ਭਾਈ ਸਾਹਿਬ ਜੀ ਬੈਠੇ ਪਿਆਰ ਵਾਲੀ ਬਿਲਡਿੰਗ ਹੈ, ਹੁਣ ਇਹ ਬਿਲਡਿੰਗ ਕਰਦੇ ਕਰਦੇ ਕਿਤੇ ਸੁਨਿਆਰੇ ਦੀ ਦੁਕਾਨ ਵੱਲ ਵੇਖਣ ਆਖਣ ਵੀ ਇਹ ਵਧੀਆ, ਵੀ ਸੋਹਣੇ ਕੱਪੜੇ ਪਾ ਕੇ ਬੈਠੇ ਰਹਿੰਦੇ, ਪੈਸੇ ਵੱਧ ਕਮਾਉਂਦੇ। ਇੱਥੇ ਇਹਦੇ ਅਰਥ ਇਹ ਕੀਤੇ ਚੋਪੜੀ ਦੇ ਵੀ ਕਿਸੇ ਵੱਡੇ ਵੱਲ ਵੇਖ ਕੇ ਆਪਣੀ ਰੁੱਖੀ ਨਾ ਗਵਾ ਲਈ, ਐਵੇਂ ਤਰਸੀ ਨਾ, ਕੋਈ ਨਹੀਂ ਬੰਦਗੀ ਕਰ। ਇਹਨਾਂ ਨੇ ਬੰਦਗੀ ਕੀਤੀ, ਇਹਨਾਂ ਨੂੰ ਤਾਂ ਸਭ ਕੁਝ ਮਿਲਿਆ ਪਹਿਲੀ ਬੰਦਗੀ ਤੋਂ, ਤੇ ਤੇਰੀ ਬੰਦਗੀ ਅਜੇ ਥੋੜੀ ਆ, ਤੇ ਤੂੰ ਵੀ ਕਰ ਤੇ ਫਿਰ ਤੈਨੂੰ ਵੀ ਮਿਲੂਗਾ। ਤੇ ਬਾਬੇ ਫਰੀਦ ਸਾਹਿਬ ਨੇ ਪਰਾਈ ਚੋਪੜੀ ਦੇ ਅਰਥ ਇਹ ਕੀਤੇ ਵੀ ਕਿਸੇ ਵੱਲ ਵੇਖ ਕੇ ਤਰਸੀ ਨਾ। ਸੰਗਤੇ ਆ ਜਾਂਦਾ, ਵੈਸੇ ਆਪਾਂ ਤੇ ਝੂਠ ਨਹੀਂ ਮਾਰਦੇ, ਗੁਰੂ ਦੀ ਹਜ਼ੂਰੀ 'ਚ ਬਹਿ ਕੇ ਕਈ ਮੈਂ ਤੁਹਾਨੂੰ ਜਾਣਨਾ ਹੈ, ਪਰ ਆ ਜਾਂਦਾ ਬੰਦੇ ਦੇ। ਜਦੋਂ ਬੰਦਾ ਕੁਝ ਸੋਹਣਾ ਵੇਂਦਾ ਦੁਨੀਆ ਤੇ ਕਹਿੰਦਾ ਵਾਹ ਇੰਨਾ ਕਰਮ ਕੀਤੇ, ਕਿਤੇ ਅਸੀਂ ਤਾਂ ਉੱਦਾਂ ਹੀ ਤੁਰੇ ਫਿਰਦੇ। ਪਰ ਅੱਜ ਬਾਬੇ ਫਰੀਦ ਸਾਹਿਬ ਨੇ ਘੁੱਟ ਕੇ ਛਾਤੀ ਨਾਲ ਲਾਇਆ ਆਪਾਂ ਸਾਰਿਆਂ ਨੂੰ, ਤੇ ਆਪਣੀ ਛਾਤੀ ਨਾਲ ਲਾ ਕੇ ਸਿਰ ਤੇ ਹੱਥ ਰੱਖ ਕੇ ਬਚਨ ਕਹਿਆ, ਕਹਿੰਦੇ ਨਾ ਤਰਸਾਏ ਜੀ, ਤਰਸਿਆ ਨਾ ਕਰ, ਖੁਸ਼ ਰਿਹਾ ਕਰ, ਆਨੰਦ ਲਿਆ ਕਰ। ਸੁਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹਾਂ ਇੱਕ ਚੀਜ਼ ਤੋਂ ਦੁਖੀ ਹੋਇਆ ਕਰ। ਕਹਿੰਦੇ ਇੱਕ ਦਿਨ ਬਾਬੇ ਫਰੀਦ ਨੇ ਨਮਾਜ਼ ਨਹੀਂ ਪੜ੍ਹੀ, ਠੀਕ ਨਹੀਂ ਸੀ, ਤੇ ਇਸ਼ਾ ਦੀ ਨਮਾਜ਼ ਉਹਨਾਂ ਨੂੰ ਭੁੱਲ ਗਈ, ਭਾਵ ਉਹਨਾਂ ਰਹਿਣ ਦਿੱਤੀ, ਜਿੱਦਾਂ ਆਪਾਂ ਕਿਹਦਾ ਅੱਜ ਰਹਿਣ ਦੀਏ। ਤੇ ਕਹਿੰਦੇ ਫਿਰ ਸਾਰੀ ਰਾਤ ਬਹੁਤ ਔਖੀ ਲੰਘੀ ਹੈ। ਪੁੱਛੋ ਦੁਆਗਣੀ ਤੁਮ ਕਿਉ ਰਹਿਣ ਵਿਹਾਏ। ਬਾਬਾ ਫਰੀਦ ਸਾਹਿਬ ਸਵੇਰੇ ਉੱਠਦਿਆਂ ਸਾਰੀ ਇਹ ਸ਼ਲੋਕ ਉਚਾਰਤਾ, ਕਹਿੰਦੇ ਲਾ ਮੈਂ ਤੇ ਇੱਕ ਦਿਨ ਨਹੀਂ ਤੇਰੀ ਨਮਾਜ਼ ਪੜ੍ਹੀ ਤੇ ਸਾਰੀ ਰਾਤ ਇੰਨੀ ਔਖੀ ਲੰਘੀ। ਆ ਜਿਹੜੇ ਕਦੇ ਪੜ੍ਹਦੇ ਨਹੀਂ ਇਹਨਾਂ ਦਾ ਕੀ ਬਣਦਾ ਹੋਊ। ਹੁਣ ਤੁਸੀਂ ਪ੍ਰੇਮ ਨਾਲ ਸਵੇਰੇ ਸ਼ਾਮ ਆਉਂਦੇ ਹੋ ਤੇ ਕਿਤੇ ਨਾਗਾ ਪੈ ਜੇ, ਬੰਦਾ ਕਹਿੰਦਾ ਅੱਜ ਮੇਰਾ ਰਸ ਟੁੱਟ ਗਿਆ, ਮੈਂ ਗੁਰੂ ਘਰ ਜਾਣਾ ਸੀ, ਤੁਹਾਡਾ ਪਿਆਰ ਬਣ ਗਿਆ ਨਾ। ਤੇ ਜਿਹੜੇ ਆਉਂਦੇ ਹੀ ਨਹੀਂ ਨਾ ਸੰਗਰਾਂਦ ਤੇ ਨਾ ਮੱਸਿਆ ਤੇ ਉਹਨਾਂ ਦਾ ਕੀ ਬਣੂ। ਉਹਨਾਂ ਦੇ ਬਾਬਤ ਬਾਬਾ ਫਰੀਦ ਸਾਹਿਬ ਕਹਿੰਦੇ ਅੱਜ ਨਾ ਸੁਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਅੱਜ ਦੀ ਰਾਤ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਨਿਤਨੇਮ ਨਹੀਂ ਛੱਡਿਆ। ਅੱਜ ਨਾ ਸੁੱਤੀ ਕੰਤ ਸਿਓ, ਇੱਕ ਦਿਨ ਵੀ ਨਾਗਾ ਨਹੀਂ ਪਹਿਨਤਾ। ਮਾਰੇ ਸੱਚੇ ਪਾਤਸ਼ਾਹ ਕਹਿੰਦੇ 1.5 ਘੜੀ ਰਾਤ ਬੀਤੀ ਜ਼ਿਕਰੇ ਖੁਦਾ में, खैमे से सतगुर निकले हवा में, टहल थे ते कदम मगर दिल था दुआ में, ऐ करतार मैं खुश हूँ तेरी रजा में, कहा करतार से गोया रूबरू होकर, कल जाऊंगा चमकौर से सुरखरू होकर। ਉਹ ਦਿਨ ਅੱਜ ਹੈ ਸੰਗਤੇ 8 ਪੋਹ ਦਾ। ਅੱਜ ਦੀ ਸ਼ਾਮ ਨੂੰ ਬਾਬਾ ਜੀ ਦੇ ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਜਾਣੇ ਆ। ਤੇ ਸੰਗਤਾਂ ਭੈਣਾਂ 2 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਕਰ ਦਿੰਦੀਆਂ ਏ। 4 ਵਜੇ ਫਿਰ ਸ਼ਾਮਾਂ ਦੀ ਕਥਾ ਸ਼ੁਰੂ ਹੋ ਜਾਣੀ, ਉਹਦੇ ਵਿੱਚ ਆਪਾਂ ਸ਼ਹਾਦਤ ਤੱਕਣੀ ਹੈ, ਨਾਲੇ ਪੜਾਂਗੇ ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ, ਵਿਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ। ਭਾਈ ਸਾਹਿਬ ਕਹਿੰਦੇ ਇੱਕ ਟੱਪਾ ਪੜ੍ਹਦੇ ਹੋ, ਚਲੋ 7 ਵਚਨ ਹੈ, ਇੱਕ ਕੱਲੀ ਸਰਲੇਖ ਪੜ੍ਹ ਕੇ ਅਰਦਾਸ ਕਰੀਏ, ਬਾਕੀ ਸਾਰਾ ਸ਼ਬਦ ਸ਼ਾਮਾਂ ਨੂੰ ਪੜਾਂਗੇ। ਉਹਨਾਂ ਸ਼ਹੀਦਾਂ ਵਾਸਤੇ ਅੱਖਾਂ ਬੰਦ ਕਰ ਲਓ ਸੰਗਤ ਜੀ, ਕਰੀਏ ਦਰਸ਼ਨ। ਮੈਂ ਤੇ ਸੋਚਦਾ ਸੀ ਵੀ ਅੱਜ ਇੰਨੀ ਕੁ ਸੰਗਤ ਆਉਣੀ ਹੈ ਵੀ ਬਾਹਰ ਸਾਰਾ ਬਰਾਂਡਾ ਭਰ ਜਾਣਾ, ਪਾਰਕਾਂ ਵੀ ਭਰ ਜਾਣੀਆਂ। ਪਰ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਸੀ ਨਾ,
ਪਿੰਡ 'ਚ ਕਿਸੇ ਦਾ ਜਵਾਨ ਪੁੱਤ ਚੜ੍ਹਾਈ ਕਰ ਜੇ ਤੇ ਆਪਾਂ ਸਾਰਿਆਂ ਕਹੀਦਾ ਨਹੀਂ ਉਹ ਚੱਲੀਏ, ਜ਼ਰੂਰ 2 ਮਿੰਟ ਮੱਥੇ ਲੱਗੀਏ। ਅੱਜ ਮੇਰੇ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਦੀ ਸ਼ਹੀਦੀ ਸਾਡੇ ਕਰਕੇ ਤੇ ਅਸੀਂ ਅਜੇ ਰਜਾਈਆਂ 'ਚ ਲੰਮੇ ਪਏ। ਸਾਨੂੰ ਅੱਜ ਇਹ ਹੈ ਵੀ ਛੇਤੀ ਛੇਤੀ ਤਿਆਰ ਹੋ ਜਾਓ, ਆਪਾਂ ਪੈਲਸ 'ਚ ਜਾਣਾ ਵਿਆਹ ਤੇ, ਉੱਥੇ ਨੱਚਣਾ ਵੇ ਤੇ ਪੈਂਟ ਕੋਟ ਰਾਤ ਦਾ ਹੀ ਤਿਆਰ ਕੀਤਾ, ਤੇ ਸਵੇਰ ਦਾ ਹੀ ਆਪਣਾ ਕਰੀਮ ਕਰੂਮ ਸਮਾਨ ਸਮੂਨ ਸ਼ੁਰੂ ਕਰ ਲਿਆ। ਫਿਰ ਦੁੱਖ ਆਉਂਦਾ ਨਾ ਵੀ ਸਾਨੂੰ ਚਾਅ ਕਿੰਨਾ। 12 ਵਜੇ ਦੀ ਤਿਆਰੀ ਸ਼ੁਰੂ ਹੋ ਜਾਂਦੀ, ਵਿਆਹ ਤੇ ਜਾਣਾ ਹੋਵੇ ਕਈਆਂ ਨੇ, ਤੜਕੇ 3 ਵਜੇ ਉੱਠ ਕੇ ਚੱਕੀ ਫਿਰਨਗੇ ਆਪਣਾ ਲੀੜਾ ਲੱਤਾ, ਛੇਤੀ ਪਾ ਲਿਓ। ਅੱਜ ਗੁਰੂ ਗੋਬਿੰਦ ਸਿੰਘ ਵੇਂਦਾ ਹੋਵੇਗਾ ਵੀ ਮੇਰੇ ਪੁੱਤ ਤੁਹਾਡੇ ਕਰਕੇ ਸ਼ਹੀਦ ਹੋਏ, ਤੁਸੀਂ ਮੱਥਾ ਟੇਕਣ ਹੀ ਨਹੀਂ ਆਏ। ਅਜੇ ਵੀ ਸੰਗਤੇ ਦੂਰ ਤੱਕ ਆਵਾਜ਼ ਜਾਂਦੀ, ਜੇ ਮੌਕਾ ਜੇ ਸਾਰਾ ਦਿਨ ਸਾਡੇ ਕੋਲ ਆ, ਸ਼ਾਮਾਂ ਤੱਕ ਜ਼ਰੂਰ ਆਇਓ। ਜਿਹੜੀਆਂ ਸੰਗਤਾਂ ਅਜੇ ਤੱਕ ਨਹੀਂ ਪਹੁੰਚੀਆਂ, ਭਾਈ ਹੱਥ ਜੋੜ ਕੇ ਬੇਨਤੀ ਹੈ, ਜ਼ਰੂਰ ਆਇਓ, ਜ਼ਰੂਰ ਆਇਓ। ਆਓ ਪੜਿਓ ਜੀ। ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ, ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ, ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ, ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ। ਵੇੜੇ ਦੀਆਂ ਰੌਣਕਾਂ ਤੇ ਮਹਿਲਾ ਦੀ ਬਹਾਰ ਨੂੰ, ਵੇੜੇ ਦੀਆਂ ਰੌਣਕਾਂ ਤੇ ਮਹਿਲਾ ਦੀ ਬਹਾਰ ਨੂੰ, ਕਿੱਥੇ ਮਾਤਾ ਤੋਰਿਆ ਜੀਤ ਤੇ ਜੁਝਾਰ ਨੂੰ, ਕਿੱਥੇ ਮਾਏ ਤੋਰਿਆ ਜੀਤ ਤੇ ਜੁਝਾਰ ਨੂੰ, ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ, ਕਿੱਥੇ ਮਾਏ ਤੋਰਿਆ ਅਜੀਤ ਤੇ ਜੁਝਾਰ ਨੂੰ। ਵਾਹਿਗੁਰੂ ਜੀ ਕਾ ਸਮਗਰੀ ਤੁਮਰੈ ਸੁਆਗਿਆਕਾਰੀ ਕਤ ਮਿਤ ਜਾਨੀ ਨਾਨਕ ਦਾਸ ਅਰਦਾਸ ਸੁਨਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ।